ਉਹ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਹੋਣੇ ਚਾਹੀਦੇ ਆ, ਕਿਉਂਕਿ ਅਸੀਂ ਧਰਤੀ 'ਚੋਂ ਪੈਦਾ ਹੋਏ ਹਾਂ, ਅਸੀਂ ਧਰਤੀ ਦਾ ਅੰਨ ਖਾਧਾ, ਅਸੀਂ ਵੱਡੇ ਹੋਏ ਹਾਂ। ਇਸ ਧਰਤੀ ਦੇ ਸਾਡੇ 'ਤੇ ਬਹੁਤ ਅਹਿਸਾਨ ਹਨ, ਸੋ ਸਾਡਾ ਫਰਜ਼ ਬਣਦਾ ਵੀ ਇਸ ਧਰਤੀ ਨੂੰ ਖੂਬਸੂਰਤ ਬਣਾਉਣ ਵਾਸਤੇ, ਇਸ ਧਰਤੀ ਨੂੰ ਹੋਰ ਚੰਗਾ ਬਣਾਉਣ ਵਾਸਤੇ ਸਾਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਬੜੀਆਂ ਮਨ ਵਿੱਚ ਗੱਲਾਂ ਨੇ ਤੁਹਾਡੇ ਨਾਲ ਕਰਨ ਨੂੰ, ਬੜਾ ਕੁਝ ਉਗੜ ਦੁਗੜਾ ਹੈਗਾ। ਮੇਰੇ ਬਾਰੇ ਸਾਰੇ ਮਿੱਤਰਾਂ ਨੇ, ਕਾਫੀ ਮਿੱਤਰਾਂ ਨੇ, ਮੇਰੇ ਮਿੱਤਰ ਡਾਕਟਰ ਸਾਹਿਬ ਨੇ, ਸੂਰੇਵਾਲੀਆ ਸਾਹਿਬ ਨੇ, ਸਰਦਾਰ ਮੋਹਨ ਸਿੰਘ ਸੇਖੋਂ ਜੀ ਨੇ ਕਾਫੀ ਗੱਲਾਂ ਕੀਤੀਆਂ ਨੇ। ਦੋਸਤੋ, ਮੇਰਾ ਪਿੰਡ ਲੱਖੇਵਾਲੀ ਹੈ। 1554 'ਚ ਮੇਰਾ ਜਨਮ ਹੋਇਆ ਪਿੰਡ ਲੱਖੇਵਾਲੀ ਵਿੱਚ। ਮੇਰੇ ਬਾਪੂ ਜੀ ਸਰਦਾਰ ਜਗੀਰ ਸਿੰਘ ਆਜ਼ਾਦ ਸੁਤੰਤਰਤਾ ਸੰਗਰਾਮੀ ਸਨ, ਔਰ ਉਹਨਾਂ ਦੀ ਛਤਰ ਛਾਇਆ ਹੇਠ ਮੈਂ ਵੱਡਾ ਹੋਇਆ ਸੀ। ਉੱਥੇ ਹੀ ਮੈਂ ਪੜ੍ਹਦਾ ਰਿਹਾ ਲੱਖੇਵਾਲੀ ਸਕੂਲ ਦੇ ਵਿੱਚ। ਔਰ ਮੈਨੂੰ ਜਿਸ ਸਕੀਮ ਦੀਆਂ ਕਦਰਾਂ ਕੀਮਤਾਂ ਮਿਲੀਆਂ ਮੇਰੇ ਪਿਤਾ ਜੀ ਵੱਲੋਂ, ਮੇਰੇ ਮਾਤਾ ਵੱਲੋਂ, ਮੇਰੇ ਅਧਿਆਪਕਾਂ ਵੱਲੋਂ, ਮੈਂ ਕੋਸ਼ਿਸ਼ ਕੀਤੀ ਆ ਜਿਹੜੇ ਪੂਰਨੇ ਉਹਨਾਂ ਨੇ ਪਾਏ ਉਹਨਾਂ ਦੇ ਚੱਲਿਆ ਜਾਵੇ। ਔਰ ਮੈਨੂੰ ਸੁਚੇਤ ਰੂਪ ਵਿੱਚ ਮੇਰੇ ਬਾਪੂ ਜੀ ਨੇ ਅਧਿਆਪਕ ਬਣਾਇਆ ਸੀ ਵੀ ਪੁੱਤ ਤੂੰ ਸੇਵਾ ਕਰਨੀ ਆ, ਕਰਨੀ ਪਿੰਡਾਂ 'ਚ ਜਿੱਥੇ ਕੋਈ ਅਧਿਆਪਕ ਜਾਣ ਨੂੰ ਤਿਆਰ ਨਹੀਂ, ਔਰ ਉਹਨਾਂ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਵਾਂਗੂ ਪੜ੍ਹਾਉਣਾ ਜਿਹੜੇ ਦੇ ਵਿਦਿਆਰਥੀ ਹੋਣਗੇ। ਔਰ ਮੇਰੇ ਦੋਸਤੋ, ਮੈਂ 1912 ਨੂੰ ਮੈਂ ਅਧਿਆਪਕ ਲੱਗਿਆ ਸੀ ਅਤੇ 30 ਅਪ੍ਰੈਲ 2012 ਨੂੰ ਮੈਂ ਸੇਵਾ ਮੁਕਤ ਹੋਇਆ। ਇੰਨੇ ਸਾਲਾਂ ਵਿੱਚ ਸਰਦੂਲ ਸਿੰਘ ਜੀ ਮੇਰੇ ਸਾਥੀ ਬੈਠੇ ਨੇ, ਕੁਲੀਗ ਬੈਠੇ ਨੇ, ਅਸੀਂ ਇਕੱਠੇ ਗਰਲ ਸਕੂਲ ਸੇਵਾ ਕੀਤੀ ਆ। ਮੈਂ ਇਮਾਨਦਾਰੀ ਨਾਲ ਆਪਣੀ ਨੌਕਰੀ ਪੂਰੀ ਕੀਤੀ ਹੈ, ਇਮਾਨਦਾਰੀ ਨਾਲ। ਮੈਂ ਨਹੀਂ ਕਹਿੰਦਾ ਮੈਂ ਬਹੁਤ ਜ਼ਿਆਦਾ, ਜਿਹੀ ਮੈਨੂੰ ਸਮਝ ਸੀ ਮੇਰੇ ਮਾਂ ਬਾਪ ਵੱਲੋਂ, ਮੇਰੇ ਅਧਿਆਪਕਾਂ ਵੱਲੋਂ ਮੈਨੂੰ ਸਿੱਖਿਆ ਮਿਲੀ। ਮੈਂ ਕੋਸ਼ਿਸ਼ ਕੀਤੀ ਆ ਵੀ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਸਾਡਾ ਭਵਿੱਖ ਆ। ਜੇ ਸਾਡੇ ਬੱਚੇ ਸਿਆਣੇ ਹੋਣਗੇ ਸਾਡਾ ਸਮਾਜ ਸਿਆਣਾ ਹੋਊਗਾ। ਜੇ ਸਾਡੇ ਬੱਚਿਆਂ ਨੂੰ ਸਹੂਲਤਾਂ ਨਹੀਂ ਮਿਲਣਗੀਆਂ ਜਿਵੇਂ ਹੁਣ ਹੋ ਰਿਹਾ ਹੈਗਾ, ਸਾਡਾ ਸਮਾਜ ਸਿਆਣਾ ਨਹੀਂ ਬਣ ਸਕਦਾ। ਸੋ ਮੈਂ ਉਹਨਾਂ ਬੱਚਿਆਂ ਨੂੰ, ਆਪਣੇ ਧੀਆਂ ਪੁੱਤਾਂ ਨੂੰ ਪੜ੍ਹਾਇਆ। ਅੱਜ ਮੈਨੂੰ ਖੁਸ਼ੀ ਆ ਵੀ ਮੇਰੇ ਬੱਚੇ ਪੜ੍ਹਾਏ ਹੋਏ ਅਧਿਆਪਕ ਵੀ ਹਨ, ਚੰਗੇ ਚੰਗੇ ਡਾਕਟਰ ਵੀ ਹਨ, ਵਕੀਲ ਵੀ ਹਨ, ਵਧੀਆ ਮਨੁੱਖ ਵੀ ਹਨ। ਔਰ ਜਦੋਂ ਮੈਨੂੰ ਮਿਲਦੇ ਆ ਮੇਰਾ ਬੜਾ ਮਨ ਖੁਸ਼ ਹੁੰਦਾ। ਮੈਨੂੰ ਮੈਨੂੰ ਖੁਸ਼ੀ ਆ ਵੀ ਮੈਂ ਆਪਣੀ ਸਾਰੀ ਜ਼ਿੰਦਗੀ ਸਾਫ਼ ਸੁਥਰੀ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕੀਤੀ ਆ, ਔਰ ਮੈਂ ਕਾਫੀ ਹੱਦ ਤੱਕ ਸਫਲ ਵੀ ਹੋਇਆ ਹੈਗਾ। ਲੇਖਕ ਦੇ ਤੌਰ 'ਤੇ ਮੇਰੇ ਪਿਤਾ ਜੀ ਪੰਜਾਬੀ ਦੇ ਸਟੇਜੀ ਕਵੀ ਸਨ। ਉਹਨਾਂ ਦੀਆਂ ਕਵਿਤਾਵਾਂ ਤੋਂ ਮੈਂ ਬੜਾ ਪ੍ਰਭਾਵਿਤ ਸੀ। ਜਦੋਂ ਮੈਂ ਗੌਰਮੈਂਟ ਕਾਲਜ ਮੁਕਤਸਰ ਪੜ੍ਹਦਾ ਸੀ, ਉਹਨਾਂ ਦੀਆਂ ਕਵਿਤਾਵਾਂ ਮੈਂ ਕਾਲਜ ਦੀ ਸਟੇਜ 'ਤੇ ਬੋਲਿਆ ਕਰਦਾ ਸੀ। ਮੇਰੇ ਯਾਦ 1972 'ਚ ਮੈਂ ਸਰਕਾਰੀ ਕਾਲਜ ਮੁਕਤਸਰ ਦੇ ਵਿੱਚ ਪ੍ਰਵੇਸ਼ ਕੀਤਾ, ਦਾਖਲਾ ਲਿਆ ਸੀ। ਅਤੇ ਕਮਲਾ ਸਾਹਿਬ ਦਾ ਨਾਵਲ ਵੀ ਮੈਂ 1972 'ਚ ਰਿਲੀਜ਼ ਹੋਇਆ ਸੀ, ਮੇਰੇ ਯਾਦ ਹੈ ਚੰਗੀ ਤਰ੍ਹਾਂ। ਉਹ ਸਮਾਗਮ ਇਹਨਾਂ ਪਤਲਾ ਜਿਹਾ ਸ਼ਾਰਟਵਾਂ ਸਰੀਰ ਹੁੰਦਾ ਸੀ, ਕੁੜਤਾ ਪਜਾਮਾ ਇਹਨਾਂ ਨੇ ਪਾਇਆ ਹੁੰਦਾ ਸੀ। ਫਿਰ ਅੱਜ ਵੀ ਜਿਹੜਾ ਯਾਦ ਆ, ਅਤੇ ਅੱਜ ਮੈਨੂੰ ਇਹਨਾਂ ਨੂੰ ਮਿਲ ਕੇ ਮੇਰਾ ਬੜਾ ਮਨ ਖੁਸ਼ ਹੋਇਆ। ਇੱਥੇ ਮੁਕਤਸਰ ਦੀਆਂ ਸੰਸਥਾਵਾਂ ਵਿੱਚ ਇਹਨਾਂ ਦਾ ਜ਼ਿਕਰ ਕਰਦਾ ਸੀ, ਲੇਕਿਨ ਇਸ ਤਰ੍ਹਾਂ ਅਸੀਂ ਆਪੋ ਸਾਹਮਣੇ ਨਹੀਂ ਬੈਠੇ ਸੀ। ਮੈਨੂੰ ਬੜੀ ਖੁਸ਼ੀ ਹੋਈ ਆ ਪੁਰਾਣੇ ਮਿੱਤਰ ਨੂੰ ਮਿਲ ਕੇ। ਸੋ ਫਿਰ ਮੈਂ ਜਦੋਂ ਕਾਲਜ ਪੜ੍ਹਦਾ ਸੀ, ਮੈਨੂੰ ਪੜ੍ਹਨ ਦੀ ਬੜੀ ਆਦਤ ਸੀ, ਕਿਉਂਕਿ ਆਪਣੇ ਲੇਖਕਾਂ ਵਾਸਤੇ ਪੜ੍ਹਨਾ ਬਹੁਤ ਜ਼ਰੂਰੀ ਆ। ਜੇ ਆਪਾਂ ਲਿਖਦੇ ਹਾਂ ਨਾ, ਸਾਡੇ ਲਈ ਜਿਵੇਂ ਕਮਲਾ ਜੀ ਨੇ ਫਰਮਾਇਆ ਵੀ ਸਾਨੂੰ ਪੜ੍ਹਨਾ ਵੀ ਚਾਹੀਦਾ ਹੈਗਾ। ਜੇ ਅਸੀਂ ਚੰਗਾ ਸਾਹਿਤ ਪੜ੍ਹਾਂਗੇ ਫਿਰ ਹੀ ਅਸੀਂ ਚੰਗਾ ਲਿਖਣ ਦੇ ਯੋਗ ਹੋਵਾਂਗੇ। ਜਿੰਨੇ ਪੰਜਾਬੀ ਦੇ ਵਧੀਆ ਮੈਗਜ਼ੀਨ ਸਨ, ਮੀਰਜ਼ਾਦਾ ਸੀ, ਨਾਗਮਣੀ ਸੀ, ਮੀਰਜ਼ਾਦਾ ਹੁਣ ਸ਼ਬਦ ਲੱਗਿਆ, ਨਾਗਮਣੀ ਸੀ ਮੈਗਜ਼ੀਨ, ਲੋਕ ਮੈਗਜ਼ੀਨ ਸੀ, ਆਰਸੀ ਮੈਗਜ਼ੀਨ ਸੀ। ਜਿੰਨੇ ਮੈਗਜ਼ੀਨਾਂ ਮੈਂ ਲਗਭਗ ਸਾਰੇ ਕਾਲਜ ਦੀ ਲਾਇਬ੍ਰੇਰੀ 'ਚੋਂ ਪੜ੍ਹਦਾ ਹੁੰਦਾ ਸੀ। ਕਿਤਾਬਾਂ ਮੈਂ ਬਹੁਤ ਪੜ੍ਹੀਆਂ, ਔਰ ਹੌਲੀ ਹੌਲੀ ਮੈਨੂੰ ਲਿਖਣ ਵਾਸਤੇ ਪ੍ਰੇਰਨਾ ਮਿਲਣ ਲੱਗੀ। ਮੈਂ ਜਿਹੜਾ ਕਾਲਜ ਦਾ ਮੈਗਜ਼ੀਨ ਸੀ, ਉਹ 'ਚ ਮੇਰੇ ਜਨਾਬਾਂ ਮੇਰੀਆਂ ਛਾਪੀਆਂ ਹੁੰਦੀਆਂ ਸੀਗੀਆਂ ਕਾਲਜ ਦੇ ਜੋ ਮੈਗਜ਼ੀਨ ਛਾਪਦਾ ਸੀਗਾ। ਔਰ ਮੈਂ ਮਿੰਨੀ ਕਹਾਣੀ 'ਤੇ ਵੀ ਕੰਮ ਕੀਤਾ, ਮੈਂ ਕਹਾਣੀ 'ਤੇ ਵੀ ਕੰਮ ਕੀਤਾ, ਮੈਂ ਕੁਝ ਗੀਤ ਵੀ ਲਿਖਿਆ, ਮੈਂ ਕੁਝ ਗਜ਼ਲਾਂ ਵੀ ਲਿਖੀਆਂ, ਲੇਕਿਨ ਮੈਨੂੰ ਸੰਤੁਸ਼ਟੀ ਨਹੀਂ ਹੁੰਦੀ ਸੀ। ਮੇਰਾ ਮਨ ਬੇਚੈਨ ਵੀ, ਨਹੀਂ ਉਹਦੇ ਗੱਲ ਨਹੀਂ ਬਣੀ, ਤੂੰ ਮੈਨੂੰ ਚੰਗਾ ਹੀ ਲੱਗਿਆ। ਫਿਰ ਮੈਂ ਜਦੋਂ ਵਿਅੰਗ ਵਾਲੇ ਪਾਸੇ ਆਇਆ, ਕਿਉਂਕਿ ਮੇਰਾ ਮੰਨਣਾ ਹੈਗਾ ਵੀ ਜਦੋਂ ਲੋਕ ਬੋਲੇ ਹੋ ਜਾਣ, ਉਦੋਂ ਉੱਚੀ ਬੋਲਣਾ ਤੁਹਾਡਾ ਫਰਜ਼ ਬਣਦਾ ਹੈ। ਜਦੋਂ ਜਿਸ ਕਿਸਮ ਦਾ ਦੌਰ ਚੱਲ ਰਿਹਾ, ਜਿਸ ਕਿਸਮ ਦੇ ਮਾਹੌਲ 'ਚ ਰਹਿ ਰਹੇ ਆ, ਸਾਰੇ ਪਾਸੇ ਅਫਰਾ ਤਫਰੀ ਆ, ਭ੍ਰਿਸ਼ਟਾਚਾਰ ਆ, ਲੁੱਟ ਖੋਹ ਆ, ਰਾਜਨੀਤਿਕ ਲੋਕਾਂ ਨੇ ਬੇਚੈਨੀ ਸਮਾਜ 'ਚ ਪੈਦਾ ਕੀਤੀ ਵੀ ਆ।
ਆਮ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ। ਜਿਹੜਾ ਡਾਢੇ ਦਾ ਸੱਤੀ ਹੀ 100 ਵਾਲਾ ਮਾਹੌਲ ਆ, ਉਹ ਅੰਨੀ ਚਿੰਤਾ ਚੱਡੇ ਵਾਲੀ ਗੱਲ ਹੈ, ਜਿਹੜਾ ਮਾਹੌਲ ਹੈਗਾ। ਤਾਂ ਉਹ ਇਹੋ ਜਿਹੇ ਮਾਹੌਲ ਵਿੱਚ ਲੋੜ ਟੋਨ 'ਚ ਗੱਲ ਕਰਨੀ, ਧੀਮੀ ਸੁਣ ਗੱਲ ਕਰਨੀ ਮੈਨੂੰ ਚੰਗਾ ਨਹੀਂ ਲੱਗਦਾ ਸੀਗਾ ਵੀ ਮੇਲੇ ਵਿੱਚ ਚੱਕੀ ਰਾਹੀਂ ਦੀ ਕੋਈ ਨਹੀਂ ਸੁਣਦਾ। ਸੋ ਮੈਂ ਵਿਅੰਗ ਲਿਖਣੇ ਸ਼ੁਰੂ ਕੀਤੇ। ਮੇਰਾ ਇੱਕ ਵਿਅੰਗ ਛਪਿਆ ਸੀ ਅਜੀਤ ਅਖਬਾਰ ਵਿੱਚ, ਡੀਲੈਕਟ ਗਿਬਰਾ ਟਰਾਂਸਪੋਰਟ। ਸਾਡੇ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਸੀ ਜਦੋਂ ਮੈਂ ਕਾਲਜ ਪੜ੍ਹਦਾ ਸੀਗਾ, ਤਾਂ ਉਹ ਜਦੋਂ ਅਸੀਂ ਚੜ੍ਹਦੇ ਸੀ ਸਭ ਧੱਕਾ ਮਾਰ ਕੇ ਉਹਨੂੰ ਸਟਾਰਟ ਕਰਨਾ ਪੈਂਦਾ ਸੀ, ਫਿਰ ਉਹ ਚੱਲਦੀ ਸੀ। ਤੇ ਉਹਦਾ ਪਤਾ ਨਹੀਂ ਸੀ ਵੀ ਮੇਰਾ ਪਿੰਡ 20 ਕਿਲੋਮੀਟਰ ਆ, ਵੀ ਉਹ ਸਿਰੇ ਲਾਊਗੇ ਰਸਤੇ 'ਚ ਖੜੂਗੀ, ਰਸਤੇ 'ਚ ਖੜ ਜਾਂਦੀ ਸੀ। ਫਿਰ ਉਹ 'ਤੇ ਮੈਂ ਵਿਅੰਗ ਲਿਖਿਆ ਸੀ ਨਾ ਸੀ ਉਹਦਾ ਬੱਸ ਦਾ ਡੀਲੈਕਸ, ਉੱਤੇ ਪੌੜੀਆਂ ਨਹੀਂ ਸੀ ਕਿਉਂਕਿ ਮੁੰਡੇ ਉੱਪਰ ਚੜ੍ਹ ਜਾਂਦੇ ਸੀ, ਜਿਹੜੇ ਅੰਦਰ ਵੜ ਗਏ ਨਾ ਡੀਲੈਕਸ ਸੀਗਾ, ਤੇ ਸੀ ਉਹ ਡਿਬਰਾ ਟਰਾਂਸਪੋਰਟ। ਜਦੋਂ ਉਹ ਅਜੀਤ ਅਖਬਾਰ 'ਚ ਵਿਅੰਗ ਛਪਿਆ ਮੇਰਾ, ਉਹਦਾ ਬੜਾ ਰੌਲਾ ਪਿਆ, ਬੜੀ ਚਰਚਾ ਹੋਈ, ਬੜੇ ਉਹ ਚਿੱਠੀਆਂ ਬਹੁਤ ਜਾਂਦੀਆਂ ਸੀ। ਇੱਕ ਪ੍ਰਿੰਸੀਪਲ ਦਲੀਪ ਸਿੰਘ ਭੋਪਾਲ ਹੁੰਦੇ ਸੀ ਵਿਅੰਗਕਾਰ ਸਾਡੇ ਮੋਗੇ ਦੇ, ਉਹਨਾਂ ਨੇ ਮੈਨੂੰ ਚਿੱਠੀ ਪਾਈ ਵੀ ਬਲਦੇਵ ਤੂੰ, ਤੇਰੇ ਕੋਲ ਪੇਂਡੂ ਮੁਹਾਵਰਾ ਹੈਗਾ, ਤੂੰ ਪੇਂਡੂ ਵਿਅਕਤੀ ਹੈਗਾ, ਤੂੰ ਪਿੰਡਾਂ ਦੀਆਂ ਸਮੱਸਿਆ ਵਧੀਆ ਉਭਾਰ ਸਕਦਾ, ਤੂੰ ਵਿਅੰਗ ਲਿਖੇਗਾ। ਫਿਰ ਮੇਰੇ ਦੋਸਤੋਂ ਮੈਂ ਵਿਅੰਗ ਲਿਖਣੇ ਸ਼ੁਰੂ ਕੀਤੇ। ਫਿਰ ਲਗਾਤਾਰ ਮੇਰੇ ਵਿਅੰਗ ਅਜੀਤ ਵਿੱਚ, ਪੰਜਾਬੀ ਟ੍ਰਿਬਿਊਨ ਵਿੱਚ, ਜਗਬਾਣੀ, ਸਾਰੇ ਅਖਬਾਰਾਂ 'ਚ ਮੇਰੇ ਛਪਦੇ ਰਹੇ ਆ, ਔਰ ਹੁਣ ਤੱਕ ਲਗਾਤਾਰ ਮੈਂ ਛਾਪ ਰਿਹਾ। ਔਰ ਜਿਵੇਂ ਮੈਡਮ ਵੀਰਵਾਰ ਸੱਤੀ ਜੀ ਨੇ ਗੱਲ ਕੀਤੀ ਹੈਗੀ ਆ, ਮੈਂ ਲੱਖੇ ਵਾਲੀ ਪ੍ਰਿੰਸੀਪਲ ਸੀ, ਕਾਫੀ ਲੰਬਾ ਸਮਾਂ ਮੈਂ ਪ੍ਰਿੰਸੀਪਲ ਦੇ ਤੌਰ 'ਤੇ ਉੱਥੇ ਕੰਮ ਕੀਤਾ ਹੈਗਾ। ਔਰ ਮੈਂ ਉੱਚੀ ਸੁਰ 'ਚ ਬੋਲਦਾ ਸੀਗਾ, ਤੇ ਮੈਨੂੰ ਕਈ ਕਹਿੰਦੇ ਯਾਰ ਤੂੰ ਪ੍ਰਿੰਸੀਪਲ ਲੱਗਿਆ, ਸਰਕਾਰੀ ਅਫਸਰ, ਤੂੰ ਗੈਜ਼ਟ ਅਫਸਰ ਹੈਗਾ, ਤੂੰ ਸਰਕਾਰ ਦੇ ਖਿਲਾਫ ਬੋਲੀ ਜਾਂਦਾ। ਮੈਂ ਉਹਨੂੰ ਕਹਿਣਾ ਵੀ ਕਾਣੇ ਨੂੰ ਕਾਣਾ ਕਹਿਣਾ ਮਾੜੀ ਗੱਲ ਨਹੀਂ ਹੈ, ਚੋਰ ਨੂੰ ਚੋਰ ਕਹਿਣਾ ਮਾੜੀ ਗੱਲ ਨਹੀਂ ਹੈ। ਹਾਂ, ਜੇ ਆਪਾਂ ਸਾਧੂ ਨੂੰ ਚੋਰ ਕਹਿੰਦੇ ਫਿਰ ਮਾੜੀ ਗੱਲ ਹੈਗੀ ਹੈ। ਮੈਂ ਝੂਠ ਤਾਂ ਬੋਲ ਨਹੀਂ ਰਿਹਾ, ਜੋ ਸਾਡੇ ਸਮਾਜ ਆਸੇ ਪਾਸੇ ਆਪਾਂ ਵੇਖ ਰਹੇ, ਮੈਂ ਉਹੀ ਦੇਖ ਰਿਹਾ। ਜਿਹੜਾ ਸਾਹਿਤਕਾਰ ਆ, ਉਹਨੇ ਲੋਕਾਂ ਸਾਹਮਣੇ ਸ਼ੀਸ਼ਾ ਕਰਨਾ ਵੀ ਦੋਸਤੋ ਆਪਣੇ ਸਮਾਜ 'ਚ ਇਹ ਹੋ ਰਿਹਾ। ਜਿਹੜਾ ਵਿਅੰਗਕਾਰ ਆ, ਉਹ ਇੱਕ ਚੌਕੀਦਾਰ ਹੁੰਦਾ ਸਮਾਜ ਦਾ, ਉਹਨੇ ਲੋਕਾਂ ਨੂੰ ਜਾਗਦੇ ਰਹੋ ਦਾ ਸੁਨੇਹਾ ਦਿੰਦੇ ਰਹਿਣਾ ਹੁੰਦਾ। ਸੋ ਮੈਂ ਦੋਸਤੋ ਲੰਬੇ ਸਮੇਂ ਤੋਂ ਵਿਅੰਗ ਦੀ ਉੱਚੀ ਸੁਰ ਵਿੱਚ ਲੋਕਾਂ ਨੂੰ ਜਾਗ ਦੇਣ ਦਾ ਹੋਕਾ ਦਿੰਦਾ ਰਿਹਾ, ਤੇ ਮੈਨੂੰ ਇਹ ਚੀਜ਼ ਖੁਸ਼ੀ ਵੀ ਆ, ਮੈਂ ਕੋਈ ਹੱਦ ਤੱਕ ਕਾਮਯਾਬ ਨਹੀਂ ਹੋਇਆ ਹੈਗਾ। ਮੈਂ ਆਪਣੇ ਵਿਦਿਆਰਥੀਆਂ ਨੂੰ ਵੀ ਇਸ ਪਾਸੇ ਲਾਇਆ, ਕਿਉਂਕਿ ਜਦੋਂ ਮੈਂ ਲੱਖੀ ਵਾਲੀ ਹੁੰਦਾ ਸੀ, ਅਸੀਂ ਲੋਕ ਸਾਹਿਤ ਸਭਾ ਲੱਖੀ ਵਾਲੀ ਨਾਂ ਦੀ ਸੰਸਥਾ ਬਣਾਈ ਸੀ 1983 ਦੇ ਵਿੱਚ, ਔਰ ਉਹ ਲਗਾਤਾਰ ਅਸੀਂ ਕੰਮ ਕਰਦੇ ਰਹੇ ਹਾਂ। ਜਿੰਨੇ ਪੰਜਾਬ ਦੇ ਰਾਈਟਰ ਸੀ ਸਾਰੇ ਅਸੀਂ ਲੱਖੇ ਵਾਲੀ ਬੁਲਾਈ ਸੀਗੀ, ਔਰ ਉੱਥੇ ਸਾਡਾ ਜਿਵੇਂ ਸਾਹਿਤਕ ਮਿਲਣੀ ਤੁਸੀਂ ਮੇਰੇ ਨਾਲ ਕਰ ਰਹੇ ਹੋ, ਇਸ ਤਰ੍ਹਾਂ ਦੇ ਨਿੱਕੇ ਨਿੱਕੇ ਸਮਾਗਮ ਕਰਦੇ ਸੀ। ਔਰ ਜਿਹੜੇ ਲੜਕੀਆਂ ਦਾ ਸਕੂਲ ਸੀ, ਲੜਕੀਆਂ ਨੂੰ ਅਸੀਂ ਸਾਹਿਤ ਵਾਲੇ ਪਾਸੇ ਲਾਇਆ ਸੀ, ਔਰ ਸਾਡੀਆਂ ਮੇਰੀਆਂ ਪੜ੍ਹਾਈਆਂ ਲੜਕੀਆਂ ਹੁਣ ਵਧੀਆ ਵਧੀਆ ਰਾਈਟਰ ਆ, ਮਜਵੰਤ ਕੌਰ ਆ, ਸਰਵੀਰ ਕੌਰ ਆ, ਅਮਨਵੀਰ ਕੌਰ ਆ, ਉਹਨਾਂ ਦੇ ਪੰਜਾਬੀ ਟ੍ਰਿਬਿਊਨ 'ਚ ਹੋਰ ਅਖਬਾਰਾਂ ਵਿੱਚ ਆਰਟੀਕਲ ਛਪਦੇ ਰਹਿੰਦੇ ਆ। ਔਰ ਜਿੰਨੇ ਮੇਰੇ ਵੀਰ ਸਰਦੂਲ ਸਿੰਘ ਬਰਾੜ ਬੈਠੇ ਆ, ਅਧਿਆਪਕ ਮੰਗਲ ਸਿੰਘ ਬਰਾੜ ਜੀ ਸਾਡੇ ਅਧਿਆਪਕ ਭਰਾ ਬੈਠੇ ਨੇ, ਮੋਹਨ ਸਿੰਘ ਸਿੱਖੋ ਜੀ ਸਾਡੇ ਅਧਿਆਪਕ ਵੀਰ ਬੈਠੇ ਨੇ, ਹੋਰ ਮੇਰੇ ਅਧਿਆਪਕ ਵੀਰ ਬੈਠੇ ਨੇ, ਬਾਈ ਜੀ ਬਰੀਵਾਲ ਸਾਹਿਬ ਬੈਠੇ ਨੇ, ਯਾਨੀ ਤੀਰਥ ਸਿੰਘ ਜੀ ਕਮਲ ਬੈਠੇ ਨੇ। ਆਪਣਾ ਸਭ ਦਾ ਫਰਜ਼ ਬਣਦਾ ਹੈਗਾ, ਇੱਕ ਅਧਿਆਪਕ ਦਾ ਫਰਜ਼ ਬਣਦਾ ਵੀ ਆਪਾਂ ਬੱਚਿਆਂ ਨੂੰ ਅੱਛੀ ਜਾਗ ਲਾਈਏ, ਬੱਚਿਆਂ ਨੂੰ ਜਾਗਰੂਕ ਕਰੀਏ। ਜੇ ਸਾਡੇ ਬੱਚੇ ਜਾਗਰੂਕ ਹੋਣਗੇ, ਸਾਡਾ ਸਮਾਜ ਜਾਗਰੂਕ ਹੋਊਗਾ, ਅਸੀਂ ਤਰੱਕੀ ਕਰਾਂਗੇ। ਇਹ ਇੱਕ ਸਲੋ ਪ੍ਰੋਸੈਸ ਆ, ਇਹ ਛੂ ਮੰਤਰਾਂ ਵਾਲਾ ਕੰਮ ਨਹੀਂ, ਲਗਾਤਾਰ ਸਾਨੂੰ ਸਭ ਨੂੰ ਮਿਹਨਤ ਕਰਨੀ ਪਊਗੀ। ਆਪਾਂ ਸਾਰੇ ਸਾਹਿਤਕਾਰ ਆ, ਆਪਾਂ ਸਮਾਜ ਨੂੰ ਸੇਧ ਦੇਣੀ ਆ। ਸੋ ਮੇਰੀ ਬੇਨਤੀ ਆ ਵੀ ਆਪਾਂ ਰਲ ਕੇ ਚੱਲੀਏ। ਆਪਾਂ ਜਿਵੇਂ ਇਹ ਸਭਾ ਬਣੀ ਆ, ਇਸ ਸਭਾ ਦੇ ਝੰਡੇ ਦੇ ਹੇਠ ਆਪਾਂ ਸਭ ਸਰੋਤਾ ਜੀ ਹੋਰੀ ਅਗਵਾਈ ਕਰ ਰਹੇ ਆ। ਸਾਡੇ ਵੀਰ ਜਿੰਨੇ ਵੀ ਮੇਰੇ ਦੋਸਤ ਇਸ ਸਾਹਿਤ ਸਭਾ ਦੇ ਪ੍ਰਧਾਨ ਆ, ਸਰਪ੍ਰਸਤ ਹੈਗੇ ਆ, ਆਪਾਂ ਇਹਨਾਂ ਨਾਲ ਮੋਢੇ ਜੋੜ ਕੇ ਕੰਮ ਕਰੀਏ ਤਾਂ ਕਿ ਇਹ ਸਭਾ ਕੰਮ ਕਰੇ। ਆਪਾਂ ਰਲ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰੀਏ। ਘੱਟੋ ਘੱਟ ਮੁਕਤਸਰ ਸ਼ਹਿਰ ਦੇ ਵਿੱਚ ਆਪਾਂ ਸਾਰੇ ਦੋਸਤਾਂ ਨੂੰ ਆਪਾਂ ਰਲ ਕੇ ਚੱਲਣ ਦਾ ਇੱਕ ਮੌਕਾ ਦਈਏ। ਮੈਂ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹਾਂਗਾ ਕਿਉਂਕਿ ਸਮਾਂ ਕਾਫੀ ਹੋ ਗਿਆ। ਤੇ ਜੇ ਕਿਸੇ ਮਿੱਤਰ ਨੇ ਕੋਈ ਸਵਾਲ ਪੁੱਛਣਾ ਹੋਵੇ, ਗੱਲ ਪੁੱਛਣੀ ਹੋਵੇ, ਤੁਹਾਡੇ ਸਵਾਲ ਦਾ ਜਵਾਬ ਦੇਵਾਂ। ਮੈਂ ਜਿਹੜਾ ਸਵਾਲ ਕਰਨਾ ਸੀਗਾ ਉਹਦਾ ਜਵਾਬ ਤੁਸੀਂ ਪਹਿਲਾਂ ਹੀ ਦੇ ਦਿੱਤਾ ਕਿ ਤੁਸੀਂ ਵਿਅੰਗ ਦੇ ਤਰੀਕੇ ਕਿਉਂ ਚੁਣਿਆ, ਉਹ ਤੁਸੀਂ ਜਵਾਬ ਦੇ ਦਿੱਤਾ ਵੀ ਵਿਅੰਗ ਦੇ ਵਿੱਚ ਵਧੀਆ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ ਔਰ ਗੜ੍ਹ ਨਾਲ ਗੱਲ ਕੀਤੀ ਜਾ ਸਕਦੀ ਹੈ। ਹੁਣ ਮੈਂ ਹੋਰ ਜਿਹੜੇ ਸਾਡੇ ਸਾਹਿਤ ਪ੍ਰੇਮੀ ਹੈ, ਸਾਹਿਤਕਾਰ ਹੈ,
ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਜੇ ਕਿਸੇ ਨੇ ਸਵਾਲ ਕਰਨਾ ਪ੍ਰੋਫੈਸਰ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਨੂੰ ਤਾਂ ਸਵਾਲ ਕਰ ਸਕਦੇ ਹੋ। ਹਾਂਜੀ ਹਾਂ ਸਤਿ ਸ਼੍ਰੀ ਅਕਾਲ ਸਰ। ਮੈਂ ਸਿਰਫ ਵੈਸੇ ਸਵਾਲ ਤਾਂ ਕਿਉਂਕਿ ਮੈਂ ਤੁਹਾਨੂੰ ਬਹੁਤ ਨੇੜੇ ਤੋਂ ਜਾਣਦੀ ਹੈਗੀ ਆ, ਸਵਾਲ ਤਾਂ ਨਹੀਂ ਹੈਗਾ। ਮੈਨੂੰ ਖੁਸ਼ੀ ਹੈ ਕਿ ਤੁਹਾਡੇ ਰੂਬਰੂ ਹੈਗੀ ਆ। ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਵਿਅੰਗ ਲਿਖਦੇ ਹੋ, ਬਹੁਤ ਤਿੱਖਾ ਵਿਅੰਗ ਲਿਖਦੇ ਹੈਗੇ ਹੋ, ਪਰ ਜਿਹੜਾ ਸਾਡਾ ਸਮਾਜ ਹੈਗਾ ਉਹਦੇ ਵਿੱਚ ਹਾਲੇ ਤੱਕ ਵੀ ਬਹੁਤ ਸਾਰੀਆਂ ਕੁਰੀਤੀਆਂ ਆ ਰਹੀਆਂ ਹੈਗੀਆਂ ਨੇ। ਕਈ ਥਾਵਾਂ 'ਤੇ ਮੈਂ ਦੇਖਿਆ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈਗਾ। ਜਿਸ ਤਰ੍ਹਾਂ ਔਰਤ ਦੇ ਮਾਮਲੇ 'ਚ ਹੀ ਲੈ ਲਓ, ਜਿਸ ਤਰ੍ਹਾਂ ਇੰਟਰਨੈਟ ਆ ਰਿਹਾ ਉਹਦੇ ਨਾਲ ਲੋਕਾਂ ਦੇ ਵਿੱਚ ਜਾਗ੍ਰਿਤੀ ਆਈ ਆ, ਪਰ ਕਿਰਦਾਰ ਦੇ ਵਿੱਚ ਜਿਹੜੀ ਗਿਰਾਵਟ ਆ ਰਹੀ ਹੈਗੀ ਆ ਉਹਦਾ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕਾਰਨ ਸਮਝਦੇ ਹੋ? ਜਿਹੜਾ ਸਾਡਾ ਸਿਸਟਮ ਆ, ਸਾਡੇ ਦੇਸ਼ ਦਾ ਸਿਸਟਮ ਆ, ਇੱਥੇ ਜਗੀਰੂ ਸਿਸਟਮ ਆ, ਸਰਮਾਏਦਾਰੀ ਸਿਸਟਮ ਆ, ਔਰ ਇਸ ਸਿਸਟਮ ਨੇ ਸੁਚੇਤ ਰੂਪ ਵਿੱਚ ਲੋਕਾਂ ਨੂੰ ਅਨਪੜ੍ਹ ਰੱਖਿਆ ਤੇ ਗਰੀਬ ਰੱਖਿਆ ਹੈਗਾ। ਹੁਣ ਤੁਸੀਂ ਵੇਖਦੇ, ਅਸੀਂ ਜਿਹੜੇ ਧੱਕੇ ਨਾਲ ਪੜ੍ਹ ਪੁੜ ਕੇ ਪਹਿਲਾਂ ਪਿੰਡਾਂ 'ਚੋਂ ਅਸੀਂ ਪੜ੍ਹ ਗਏ, ਲੇਕਿਨ ਹੁਣ ਪਿੰਡਾਂ ਵਿੱਚ ਸਿੱਖਿਆ ਦਾ ਬਹੁਤ ਮਾੜਾ ਹਾਲ ਹੈਗਾ। ਸਰਦੂਲ ਸਿੰਘ ਜੀ ਬਰਾੜ ਸਾਹਮਣੇ ਬੈਠੇ ਆ, ਇਹ ਲੈਕਚਰਰ ਲੱਗੇ ਨੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿੱਚ। ਹੁਣ ਉਹ ਸਾਡੇ ਭੈਣ ਜੀ ਵੀਰਵਾਲਾ ਸੰਧੀ ਜੀ ਬੈਠੇ ਹੈਗੇ ਆ। ਸਕੂਲਾਂ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨੂੰ ਹੋਰਨਾਂ ਕੰਮਾਂ 'ਚ ਲਾਇਆ ਜਾ ਰਿਹਾ ਹੈਗਾ। ਔਰ ਜਿਹੜੇ ਸਾਡੇ ਅਧਿਆਪਕ ਵੀ ਆ, ਮਾਫ਼ ਕਰਨਾ ਮੈਂ ਵੀ ਅਧਿਆਪਕ ਰਿਹਾ, ਅਸੀਂ ਵੀ ਕੋਠੀ ਕਲਚਰ ਤੇ ਕਾਰ ਕਲਚਰ ਦੇ ਵਿੱਚ ਪੈ ਗਏ ਹੈਗੇ ਆ। ਅਸੀਂ ਤੁਰ ਕੇ ਹੀ ਮੈਂ ਸਕੂਲ ਜਾਂਦਾ ਰਿਹਾ, ਮੈਂ ਸਾਈਕਲ 'ਤੇ ਜਾਂਦਾ ਰਿਹਾ, ਕਦੇ ਨਹੀਂ ਸੋਚਿਆ ਜੇ ਕੁੜਤਾ ਪਜਾਮਾ ਪਾਇਆ ਠੀਕ ਆ, ਜੇ ਪੈਂਟ ਸ਼ਰਟ ਪਾਈ ਤਾਂ ਠੀਕ ਆ। ਅਸੀਂ ਇਸ ਨੂੰ ਮਿਸ਼ਨ ਦੇ ਤੌਰ 'ਤੇ ਲਿਆ ਸੀ ਸਿੱਖਿਆ ਨੂੰ। ਹੁਣ ਜਦੋਂ ਸਾਡੇ ਬੱਚੇ ਪੜ੍ਹੇ ਨਹੀਂ ਹੋਣਗੇ, ਸਾਡੇ ਬੱਚੇ ਅਨਪੜ੍ਹ ਹੋਣਗੇ, ਤੇ ਸਾਡਾ ਸਮਾਜ ਕਿਹੋ ਜਿਹਾ ਹੋਊਗਾ? ਇਹ ਸਾਡੇ ਵਾਸਤੇ ਬੜਾ, ਤੁਸੀਂ ਵੀ ਅਧਿਆਪਕ ਹੋ, ਮੇਰੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਜੇ ਅਸੀਂ ਚਾਹੁੰਦੇ ਸਾਡਾ ਸਮਾਜ ਵਧੀਆ ਹੋਵੇ, ਸਾਡਾ ਸਮਾਜ ਜਾਗਰੂਕ ਹੋਵੇ, ਸਾਡਾ ਸਮਾਜ ਸਿਆਣਾ ਹੋਵੇ, ਤਾਂ ਸਾਨੂੰ ਸਾਡੀ ਜਿਹੜੀ ਪਨੀਰੀ ਆ, ਸਾਡੇ ਬੱਚੇ ਆ, ਸਾਨੂੰ ਉਹਨਾਂ ਨੂੰ ਸਿਆਣਾ ਬਣਾਉਣਾ ਪਊਗਾ। ਇਹਦੇ ਵਿੱਚ ਅਧਿਆਪਕ ਆਪਣਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈਗਾ। ਔਰ ਜਿਵੇਂ ਹੁਣ ਇਹਨਾਂ ਨੇ ਦੱਸਿਆ ਵੀ ਫੇਸਬੁੱਕ 'ਤੇ ਅਸੀਂ ਕਿਸ ਤਰ੍ਹਾਂ ਦੇ ਲੜਕੀਆਂ ਪ੍ਰਤੀ, ਔਰਤਾਂ ਪ੍ਰਤੀ ਵਿਚਾਰ ਰੱਖਦੇ ਆ, ਉਹਦੇ ਪਿੱਛੇ ਕਾਰਨ ਇਹੀ ਆ ਵੀ ਉਹਨਾਂ 'ਤੇ ਹਾਸਾ ਆਉਂਦਾ ਹੈਗਾ, ਉਹਨਾਂ 'ਤੇ ਗੁੱਸਾ ਨਹੀਂ ਆਉਂਦਾ, ਵੀ ਉਹ ਜਿੰਨੀ ਕੁ ਬੁੱਧੀ ਹੈਗੀ ਆ ਤੇ ਉਹਨਾਂ ਕੋਲ ਆਪਣਾ ਬੁੱਧੀ ਦਾ ਪ੍ਰਗਟਾਵਾ ਕਰੀ ਜਾਂਦੇ ਹੈਗੇ। ਗੁਰੂ ਸਾਹਿਬਾਨ ਨੇ ਤਾਂ ਕਿਹਾ ਸੀ ਵੀ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੁਸੀਂ ਸਾਡੇ 'ਚ ਬੈਠੀਆਂ ਹੋ, ਸਾਡੀ ਭੈਣ ਦੀ ਬੇਟੀ ਸਾਡੀ ਹਰਪਿੰਦਰ ਰਾਣਾ, ਉਹ ਸਾਡੇ ਭੈਣ ਜੀ ਬੈਠੇ ਆ, ਮਾਣ ਨਾਲ ਬੈਠੇ, ਸਾਡੇ ਪਰਿਵਾਰ ਦੇ ਮੈਂਬਰ ਆ। ਤੇ ਜੇ ਕੋਈ ਸਾਡੇ ਵਿੱਚੋਂ ਕੋਈ ਭਰਾ ਇਸ ਸਕੀਮ 'ਤੇ ਕਮੈਂਟ ਕਰਦਾ, ਗਲਤ ਕਰਦਾ, ਫਿਰ ਉਹਦੀ ਅਕਲ 'ਤੇ ਹੱਸਿਆ ਜਾ ਸਕਦਾ। ਸੋ ਇਹ ਸਾਡੇ ਅਸਲ ਵਿੱਚ ਸਮਾਜ ਦੇ ਵਿੱਚ ਜੇ ਚਾਹੁੰਦੇ ਵੀ ਸਿਆਣਾ ਬਣੇ, ਸਾਨੂੰ ਲੋਕਾਂ ਨੂੰ, ਬੱਚਿਆਂ ਨੂੰ, ਮੈਂ ਹੁਣ ਵੀ ਮੈਂ ਰਿਟਾਇਰ ਹੋ ਚੁੱਕਿਆ, ਹੁਣ ਵੀ ਮੈਂ ਲੋਕਾਂ ਨੂੰ ਕਹਿੰਦਾ ਯਾਰ ਆਪਣੇ ਜੇ ਤਰੱਕੀ ਕਰਨੀ ਹੈ ਨਾ, ਆਪਣੇ ਬੱਚੇ ਪੜ੍ਹਾਓ। ਹੋਰ ਕੋਈ ਮੂਲ ਮੰਤਰ ਨਹੀਂ ਹੈ, ਇੱਕੋ ਹੀ ਮੂਲ ਮੰਤਰ ਹੈਗਾ ਵੀ ਐਜੂਕੇਸ਼ਨ ਲਿਆਓ ਬੱਚਿਆਂ ਵਿੱਚ, ਸਿੱਖਿਅਤ ਕਰੋ, ਚੰਗੀ ਸਿੱਖਿਆ ਦਿਓ, ਚੰਗੀਆਂ ਕਦਰਾਂ ਕੀਮਤਾਂ ਦਿਓ, ਫਿਰ ਅਸੀਂ ਉਮੀਦ ਕਰ ਸਕਦੇ ਹਾਂ ਵੀ ਸਾਡੇ ਸਮਾਜ ਵਿੱਚ ਚੰਗਿਆਈ ਦਾ ਪਸਾਰਾ ਹੋਊਗਾ। ਕਿਉਂ ਸਿੰਘ ਬਰਾੜ ਕੋਈ ਸਵਾਲ ਕਰਨਾ ਚਾਹੁੰਦੇ ਨੇ? ਮਾਸਟਰ ਜੀ ਗਿਆਨੀ ਜੀ, ਇੱਕ ਸਕਿੰਡ ਜੀ, ਤੁਹਾਡੇ ਕੋਲੇ ਆਉਂਗਾ, ਮੈਂ ਮਾਈਕ ਲੈ ਕੇ ਤੁਹਾਡੇ ਕੋਲੇ ਆਵਾਂਗੇ। ਸੂਰ ਸਿੰਘ ਬਰਾੜ ਜੀ, ਆਪਣਾ ਸਵਾਲ। ਹੈਲੋ ਆਜ਼ਾਦ ਜੀ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਧਰਲੇ ਪਾਸੇ, ਲਖਾਰੀ ਵਾਲੇ ਪਾਸੇ ਤੋਂ ਰਾਜਨੀਤੀ 'ਚ ਆ ਕੇ ਰਾਜਨੀਤੀ ਆ ਗਈ, ਤੇ ਚਲੋ ਮਾੜੀ ਗੱਲ ਆ, ਤੁਸੀਂ ਇਸ ਪਾਸੇ ਜਿਹੜੇ ਏਮ ਨੂੰ ਲੈ ਕੇ ਚੱਲਦੇ ਸੀ ਜਿੱਤ ਨਹੀਂ ਸਕੇ, ਉਹ ਗੱਲ ਵੱਖਰੀ ਹੈ। ਪਰ ਮੈਂ ਰਾਜਨੀਤੀ ਦਾ ਸਵਾਲ ਨਹੀਂ ਕਰਦਾ, ਮੈਂ ਇਹ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਹੁਣ ਇਹ ਦੁੱਖ ਨਹੀਂ ਹੋਇਆ ਵੀ ਮੈਂ ਰਾਜਨੀਤੀ ਵਾਲੇ ਪਾਸੇ ਗਲਤ ਆ ਗਿਆ ਤੇ ਮੇਰੀ ਲੇਖਣੀ ਚੰਗੀ ਸੀ ਤੇ ਲੇਖਣੀ ਵਾਲੇ ਪਾਸੇ ਹੋ ਸਕਦਾ ਮੈਂ ਜ਼ਿਆਦਾ ਸੁਧਾਰ ਕਰ ਲੈਂਦਾ, ਪਰ ਰਾਜਨੀਤੀ 'ਚ ਆ ਕੇ ਮੈਂ ਉਹਨਾਂ ਲੋਕਾਂ ਤੋਂ ਉਮੀਦ ਨਹੀਂ ਜਾਗੀ ਜਿੰਨੀ ਮੈਂ ਦਿਖਾਉਣੀ ਚਾਹੁੰਦਾ ਸੀ। ਤੇ ਗਾਂਹ ਵਾਲੇ ਪਾਸੇ ਜਿਹੜੀ ਪਾਰਟੀ ਹੈ ਉਹ ਵੀ ਫਿਰ ਸ਼ੁਰੂ ਹੋ ਗਈ। ਚਲੋ ਆਪਾਂ ਰਾਜਨੀਤੀ ਸਵਾਲ ਨਹੀਂ ਕਰਦਾ, ਮੈਂ ਸਿਰਫ ਤੁਹਾਡੀ ਸ਼ਖਸੀਅਤ ਨੂੰ ਸੁਣਿਆ ਵੀ ਕਈ ਤੁਸੀਂ ਇਸ ਪਾਰਟੀ 'ਚ ਹੋਰ ਦੁਆਰਾ ਸੁਧਾਰ ਲਿਆ ਕੇ ਉਸ ਕਿਸੇ ਪਾਸੇ ਲੱਗਣਾ ਚਾਹੁੰਦੇ ਹੈ ਜਾਂ ਤੁਸੀਂ ਇਹ ਲੇਖਣੀ ਵਾਲੇ ਪਾਸੇ ਹੋਣਾ ਚਾਹੁੰਦੇ ਹੈ। ਇਹ ਮੇਰੇ ਆਪਣੀ ਬਰਾੜ ਸਾਹਿਬ ਜੀ, ਤੁਹਾਡਾ ਸਵਾਲ ਵਾਜਬ ਆ। ਮੈਂ ਵੇਖੋ, ਮੈਂ ਕੋਈ ਪੋਲੀਟੀਸ਼ੀਅਨ ਨਹੀਂ ਹਾਂ, ਮੈਂ ਅਧਿਆਪਕ ਹਾਂ ਜਾਂ ਮੈਂ ਲੇਖਕ ਹਾਂ। ਹੁਣ ਵੀ ਮੈਂ ਲੇਖਕ ਹਾਂ, ਅਧਿਆਪਕ ਦੇ ਤੌਰ 'ਤੇ ਖੜ੍ਹਾ। ਹੁਣ ਵੀ ਮੈਂ ਪੋਲੀਟਿਕਸ ਦੀ ਕਦੇ ਵੀ ਮੈਂ ਉਹਦੇ ਹੱਕ 'ਚ ਨਹੀਂ ਭੁਗਤਦਾ।
ਮੈਂ ਜਦੋਂ ਸੇਵਾ ਮੁਕਤ ਹੋਇਆ ਸੀ, ਮੇਰੇ ਕੋਲੇ ਭਾਜਪਾ ਵਾਲੇ ਆਏ ਸੀਗੇ, ਮੈਨੂੰ ਕਹਿੰਦੇ ਅਸੀਂ ਤੁਹਾਨੂੰ, ਮੈਂ ਨਹੀਂ ਮੇਰਾ ਤੁਹਾਡੀ ਵਿਚਾਰਧਾਰਾ ਨਹੀਂ ਮਿਲਦੀ, ਮੈਂ ਇਸ ਪਾਸੇ ਨਹੀਂ ਜਾਣਾ, ਮੈਂ ਤਾਂ ਲਿਖ ਕੰਮ ਨੂੰ ਲਿਖਣ ਦਿਓ। ਫਿਰ ਮੇਰੇ ਕੋਲ ਅਲੱਗ-ਅਲੱਗ ਪਾਰਟੀਆਂ ਦੇ ਬੰਦੇ ਆਏ ਸੀਗੇ, ਔਰ ਜਦੋਂ ਇਹ ਮੂਵਮੈਂਟ ਚੱਲੀ ਆ ਆਮ ਆਦਮੀ, ਪਹਿਲਾਂ ਮੂਵਮੈਂਟ ਸੀਗੀ, ਇੱਕ ਲਹਿਰ ਸੀਗੀ, ਤਾਂ ਮੇਰੇ ਕੋਲੇ ਉਹ ਮਿੱਤਰ ਆਏ ਤੇ ਮੈਨੂੰ ਕਹਿੰਦੇ ਵੀ ਦਿੱਲੀ ਤੋਂ ਬੰਦਾ ਆਇਆ ਸੀਗਾ, ਮੈਨੂੰ ਕਹਿੰਦਾ ਜੀ हम आपको ਮਲੋਟ से आपकी मदद चाहिए। मैं भी मैं ਲੇਖ ਬੰਦਾ, ਮੈਂ ਜਿੰਨੀ ਕਰ ਸਕਦਾ ਲੇਖ ਦੇ ਤੌਰ 'ਤੇ ਮੈਂ ਕਰਨ ਨੂੰ ਤਿਆਰ ਹਾਂ। ਮੈਨੂੰ ਕਹਿੰਦੇ ਨਹੀਂ ਆਪ ਕਿਆ ਲਿਖते ਹੋ। ਮੈਂ ਇਹਨਾਂ ਨੂੰ ਜੋ ਮੇਰੇ ਹੁਣ ਤੱਕ ਦੇ ਆਰਟੀਕਲ ਛਪੇ ਆ, ਮੈਂ ਰਜਿਸਟਰਾਂ ਵਿੱਚ ਪੇਸਟ ਕਰ ਲੈਣਾ। ਜਦੋਂ ਵੀ ਕਿਸੇ ਅਖਬਾਰ ਵਿੱਚ ਜਾਂ ਮੈਗਜ਼ੀਨ 'ਚ ਮੇਰਾ ਆਰਟੀਕਲ ਛਪਦਾ ਨਾ, ਮੈਂ ਡੇਟ ਪਾ ਕੇ ਉੱਤੇ ਪੰਨੇ ਰਜਿਸਟਰ 'ਤੇ ਪੇਸਟ ਕਰ ਦਿੰਦਾ। ਮੈਂ ਉਹਨੂੰ ਰਜਿਸਟਰ ਵਿਖਾਇਆ ਆਪਣਾ, ਉਹ ਬਹੁਤ ਖੁਸ਼ ਹੋਇਆ। ਮੈਨੂੰ ਕਹਿੰਦਾ ਜੀ ਜਿਹੜਾ ਕੋਈ ਤੁਸੀਂ ਚਾਹੁੰਦੇ ਆ ਨਾ ਰਚਨਾਵਾਂ ਵਿੱਚ, ਜੇ ਉਹਦਾ ਸਮਾਜ ਤੁਸੀਂ ਚਾਹੁੰਦੇ ਆ ਵੀ ਚੰਗਾ ਸਮਾਜ ਹੋਵੇ, ਅਜਿਹਾ ਸਮਾਜ ਜਿੱਥੇ ਹਰ ਇੱਕ ਨੂੰ ਜ਼ਿੰਦਗੀ ਜਿਉਣ ਦੀਆਂ ਸਾਰੀਆਂ ਸਹੂਲਤਾਂ ਮਿਲਣ, ਹਰ ਇੱਕ ਨੂੰ ਇਨਸਾਫ ਮਿਲੇ, ਹਰ ਇੱਕ ਨੂੰ ਨਿਆਂ ਮਿਲੇ, ਸਮਾਜਵਾਦ ਆਵੇ, ਤੇ ਕਹਿੰਦਾ ਇਹੋ ਜਿਹਾ ਸਮਾਜ ਅਸੀਂ ਚਾਹੁੰਦੇ ਆ, ਤੁਸੀਂ ਸਾਡੀ ਮਦਦ ਕਰੋ, ਸਾਡੇ ਨਾਲ ਚੱਲੋ। ਫਿਰ ਮੇਰੇ ਮਿੱਤਰ ਸੀ ਜਿਹੜੇ ਅਧਿਆਪਕ ਸਨ ਜਾਂ ਪ੍ਰੋਫੈਸਰ ਸਨ, ਮੈਂ ਉਹਨਾਂ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ। ਮੈਨੂੰ ਕਹਿੰਦੇ ਜਾ ਸਾਹਿਬ ਇਹ ਮੂਵਮੈਂਟ ਵਧੀਆ, ਤੁਸੀਂ ਬਹੁਤ ਸਾਲਾਂ ਦੇ ਲਿਖ ਰਹੇ ਹੋ, 35-40 ਸਾਲ ਤੋਂ ਵਿਅੰਗ ਲਿਖ ਰਹੇ ਹੋ, ਇਹਨਾਂ ਵਿਅੰਗ ਲਿਖਣ ਦੇ ਨਾਲ ਕੁਝ ਨਹੀਂ ਸੌ ਰਿਹਾ। ਜੇ ਇਹ ਮੂਵਮੈਂਟ ਕਾਮਯਾਬ ਹੋ ਜਾਂਦੀ ਆ, ਤੁਹਾਨੂੰ ਮੌਕਾ ਮਿਲਦਾ, ਫਿਰ ਤੁਸੀਂ ਅਮਲੀ ਰੂਪ ਵਿੱਚ ਕੰਮ ਕਰ ਸਕਦੇ ਹੋ। ਮੇਰਾ ਲੱਖੇ ਵਾਲੀ ਮੈਂ ਪ੍ਰਿੰਸੀਪਲ ਹੈ ਨਾ, ਉਹ ਸਕੂਲ ਪੰਜਾਬ ਦੇ ਵਧੀਆ ਸਕੂਲਾਂ 'ਚੋਂ ਸਕੂਲ ਸੀਗਾ। ਔਰ ਜਦੋਂ ਮੈਂ ਇੱਥੇ ਆਇਆ ਸੀਗਾ, ਮੈਂ ਇਹਨਾਂ ਵੀ ਲੀਡਰ ਲੋਕ ਕੀ ਕਰ ਰਹੇ ਆ, MLA ਕੀ ਕਰਦੇ, ਪਹਿਲਾਂ ਤਾਂ ਲੋਕਾਂ ਮਿੰਨਤਾਂ ਕੱਢਦੇ ਆ, ਜਦੋਂ MLA ਬਣਦੇ ਫਿਰ ਕਿਸੇ ਦੀ ਬਾਤ ਨਹੀਂ ਪੁੱਛਦੇ, ਹੋ ਕਿਸੇ ਨੂੰ ਨਹੀਂ ਮਿਲਦੇ, ਕਿਸੇ ਨੂੰ ਨਹੀਂ ਮਿਲਦੇ। ਅਮੀਰ ਲੋਕਾਂ ਦੇ ਜਾ ਵੜਦੇ ਆ, ਗਰੀਬ ਬੰਦੇ ਦਾ ਹੱਥ ਵੀ ਨਹੀਂ ਮਿਲਾਉਂਦੇ, ਗਰੀਬ ਬੰਦੇ ਹੱਥ ਮਿਲਾਉਣ ਨੂੰ ਤਿਆਰ ਨਹੀਂ ਹੋ। ਫਿਰ ਮੇਰੇ ਮਨ 'ਚ ਆ ਵੀ ਬਲਦੇਵ ਸਿੰਘ, ਜੇ ਤੈਨੂੰ ਮੌਕਾ ਮਿਲਦਾ ਤੇ ਜਿਸ ਤਰ੍ਹਾਂ ਤੂੰ ਸਕੂਲ ਬਣਾਇਆ ਸੀਗਾ ਆਪਣਾ ਲੱਖੇ ਵਾਲੀ ਗਰਲ ਸਕੂਲ, ਮੈਂ ਮਲੋਟ ਹਲਕੇ ਤੋਂ ਇਲੈਕਸ਼ਨ ਲੜਿਆ ਸੀਗਾ, ਤਾਂ ਜਿਸ ਆਪਾਂ ਹੋਰ ਬਹੁਤਾ ਨਹੀਂ ਤਾਂ ਘੱਟੋ ਘੱਟ ਜਿਹੜਾ ਮਲੋਟ ਹਲਕੇ ਨੂੰ ਆਪਾਂ ਮਾਡਲ ਹਲਕਾ ਬਣਾਵਾਂਗੇ, ਵੀ ਦੱਸਾਂਗੇ ਇਸ ਤਰ੍ਹਾਂ ਇੱਕ MLA ਕੰਮ ਕਰ ਸਕਦਾ ਹੈਗਾ। ਮੈਂ ਦੋਸਤੋ ਇੱਕ ਸੁਪਨਾ ਬਰਾੜ ਸਾਹਿਬ ਸਿਰਜਿਆ ਸੀਗਾ। ਮੇਰਾ 'ਚ ਕੋਈ ਨਿੱਜੀ ਲਾਲਚ ਨਹੀਂ। ਵੇਖੋ ਮੈਂ ਅਧਿਆਪਕ ਰਿਟਾਇਰ ਹੋਇਆ, ਮੈਨੂੰ 40-50 ਹਜ਼ਾਰ ਪੈਨਸ਼ਨ ਮਿਲਦੀ ਆ, ਮੇਰੇ ਮਿਸਿਸ ਜੌਬ ਕਰਦੇ ਆ, ਮੇਰਾ ਬੇਟਾ ਮੇਰੀ ਨੌਂ ਟੀਚਰ ਲੱਗੇ ਆ, ਮੇਰੇ ਕੋਲ ਰਹਿਣ ਨੂੰ ਘਰ ਹੈਗਾ, ਮੇਰੇ ਕੋਲ ਇੱਜ਼ਤ ਮਾਨ ਨੂੰ ਰੋਟੀ ਨੂੰ ਮਿਲਦੀ। ਮੈਂ ਕੋਈ ਰਾਜ ਨਹੀਂ ਕੀਤਾ, ਮੈਂ ਕਿਰਤੀ ਪਰਿਵਾਰ 'ਚ ਪੈਦਾ ਹੋਇਆ। ਮੈਂ ਉਹਨਾਂ ਦਿਨਾਂ ਨੂੰ ਭੁੱਲਦਾ ਨਹੀਂ ਹਾਂ, ਜਿਸ ਤਰ੍ਹਾਂ ਮੈਂ ਨੰਗਾ ਪੈਰੋਂ ਨੰਗਾ ਤੇ ਨੀਕਰ ਪਾ ਕੇ ਮੈਂ ਸਕੂਲ ਪੜ੍ਹਨ ਜਾਂਦਾ ਸੀ, ਮੇਰੇ ਦਿਨ ਉਹ ਵੀ ਯਾਦ ਹੈਗੇ ਆ। ਮੈਂ ਹਜੇ ਵੀ ਆਮ ਲੋਕਾਂ 'ਚ ਵਿਚਰਦਾ ਰਹਿੰਦਾ, ਜਿੰਨੀ ਕਿ ਮੇਰੀ ਸਮਰੱਥਾ ਮੈਂ ਮਦਦ ਵੀ ਕਰਦਾ ਰਹਿੰਦਾ। ਮੈਂ ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ ਆਇਆ, ਮੈਂ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਇਸ ਪਾਸੇ ਆਇਆ ਸੀ। ਉਹ ਜੇ ਮਿਸ਼ਨ ਕਾਮਯਾਬ ਨਹੀਂ ਆ, ਉਹ ਵੱਖਰੀ ਗੱਲ ਆ, ਕਿਉਂਕਿ ਜਿਹੜੇ ਸਰਮਾਏਦਾਰ ਲੋਕ ਜਿਹੜਾ 70 ਸਾਲ ਤੋਂ ਇਸ ਗਲਬਾ ਹੈਗਾ, ਉਹ ਨਹੀਂ ਚਾਹੁੰਦੇ ਵੀ ਆਮ ਲੋਕ ਅੱਗੇ ਹੋ ਕੇ ਉਹ ਕਰਨ। ਕਿਉਂਕਿ ਹੁਣ ਮੈਂ ਦੱਸਾਂ ਨਾ ਤੁਹਾਨੂੰ, ਮੈਂ ਕਿਤੇ ਵਿਅੰਗ ਲਿਖ ਰਿਹਾ ਸੀਗਾ, ਹੁਣ ਪਿੱਛੇ ਅਧਿਆਪਕ ਭਰਤੀ ਕੀਤੇ ਆ, ਅਧਿਆਪਕ ਭਰਤੀ ਕੀਤੇ 3500 ਅਧਿਆਪਕ ਭਰਤੀ ਕੀਤੇ ਪੰਜਾਬ ਸਰਕਾਰ ਨੇ। ਉਹਨਾਂ ਬੱਚਿਆਂ ਨੂੰ, ਉਹ ਜਿਹੜੇ ਬੱਚੇ ਭਰਤੀ ਹੋਏ ਆ ਉਹ ਵੈਲ ਕੁਆਲੀਫਾਈਡ ਆ, MA BEd PhD ਬੱਚੇ ਹੈਗੇ ਆ, ਉਹਨਾਂ ਨੂੰ 10,300 ਰੁਪਈਆ ਤਨਖਾਹ ਦਿੱਤੀ ਜਾਂਦੀ ਆ, ਔਰ ਉਹ ਸਾਰੇ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਏਰੀਏ 'ਚ ਲਾਏ ਆ। ਮੈਂ ਵੇਖਿਆ ਨਿੱਕੀ ਕੁੜੀਆਂ ਛੋਟੀਆਂ, ਉਹਨਾਂ ਦੇ ਕੁੱਛੜ 2-3 ਮਹੀਨੇ ਦੇ ਬੱਚੇ, ਉਹ ਰੋਂਦੀਆਂ ਵੇਖੀਆਂ ਮੈਂ ਤਰਨਤਾਰਨ ਦੇ ਵਿੱਚ। ਤੁਸੀਂ ਦੱਸੋ ਵੀ ਇੱਕ ਲੜਕੀ ਜਿਹੜੀ ਮੈਰਿਡ ਆ, ਉਹਦਾ ਘਰ ਵਾਲਾ ਤੇ ਟੀਚਰ ਲੱਗਿਆ ਹੈਗਾ, ਇੱਥੋਂ ਮੁਕਤਸਰੋਂ ਇੱਕ ਮੁੰਡਾ ਟੀਚਰ, ਉਹਦੀ ਘਰ ਵਾਲੀ ਦੇ ਕੋਲ 6 ਮਹੀਨੇ ਦਾ ਬੱਚਾ ਹੈਗਾ, ਇੱਥੋਂ ਮੁਕਤਸਰ ਦਾ ਅਧਿਆਪਕ, ਉਹ ਸ਼ਾਇਦ ਖੋਖਰ ਪਿੰਡ ਆ ਉਹ ਲੜਕੀ ਦਾ, ਪਰਮਿੰਦਰਜੀਤ ਸ਼ਾਇਦ ਲੜਕੇ ਦਾ ਨਾਂ ਹੈਗਾ। ਉਹ ਲੜਕੀ ਦੀ ਬਦਲੀ ਤਰਨਤਾਰਨ ਦੇ ਕੋਲੇ ਉਹਨੂੰ ਅਪਾਇੰਟਮੈਂਟ ਮਿਲੀ ਆ, ਹੁਣ ਉਹ ਕੁੜੀ ਉੱਥੇ ਰਹੂਗੀ, ਮਕਾਨ ਕਿਰਾਏ 'ਤੇ ਰਹਿ ਰਹੀ, ਉਹਦਾ ਮਾਂ ਤੇ ਬਾਪ ਉਹਦੇ ਕੋਲੇ ਰਹਿ ਰਹੇ ਆ। ਉਹ 10,000 ਰੁਪਏ ਦਾ ਕੀ ਕਰ ਲੂਗੀ ਦੱਸੋ? ਬੱਚਿਆਂ ਦੇ ਸੁਪਨੇ ਹੁੰਦੇ ਆ, ਇੱਕ ਮੰਨ ਲਓ ਅਨਮੈਰਿਡ ਲੜਕੀ, ਅਨਵਿਆਹੀ ਲੜਕੀ ਹੈਗੀ ਆ, ਉਹਦੇ ਸੁਪਨੇ ਮੈਂ ਵਿਆਹ ਕਰਾਊਂਗੀ, ਮੇਰਾ ਇਸ ਤਰ੍ਹਾਂ ਘਰਵਾ ਹੋਊਗਾ, ਇਸ ਤਰ੍ਹਾਂ ਅਸੀਂ ਬਾਹਰ ਤੁਰ ਫਿਰ ਜਾਵਾਂਗੇ, 10,000 ਰੁਪਏ ਕੀ ਕਰਨਗੇ? ਜਿਹੜਾ ਸਾਡਾ ਸਿੱਖਿਆ ਮੰਤਰੀ ਆ ਉਹ ਮੈਟ੍ਰਿਕ ਪਾਸ ਆ, ਮਿਸਟਰ ਸੋਨੀ। ਮੈਂ ਸਾਡਾ MLA ਉਹਨੂੰ ਪੁੱਛਿਆ, ਮੈਂ ਯਾਰ ਕਿੰਨੀ ਤਨਖਾਹ ਹੁੰਦੀ ਆ ਮੰਤਰੀ ਦੀ? ਮੈਨੂੰ ਕਹਿੰਦਾ ਯਾਰ ਸਾਹਿਬ ਕਿਉਂ? ਮੈਂ ਯਾਰ ਮੈਂ ਵਿਅੰਗ ਲਿਖਣਾ ਇਹਦੇ ਬਾਰੇ, ਮੈਨੂੰ ਦੱਸ। ਦੋਸਤੋ ਤੁਸੀਂ ਹੈਰਾਨ ਹੋਵੋਗੇ, ਮੈਂ ਉਹਨੇ ਮੂੰਹ ਸਾਰੇ ਦੱਸੇ ਵੀ ਕਿੰਨੀ ਉਹਦੀ ਸਿਕਿਉਰਿਟੀ ਆ, ਕਿੰਨਾ ਉਹਦਾ ਕੋਠੀ ਦਾ ਖਰਚਾ। ਇੱਕ ਮੰਤਰੀ ਅੱਜ ਦੀ ਤਰੀਕ 'ਚ 45 ਲੱਖ ਰੁਪਏ 'ਚ ਪੈਂਦਾ ਮਹੀਨੇ 'ਚ,
ਇੱਕ ਮੰਤਰੀ 45 ਲੱਖ ਰੁਪਏ ਦਾ ਸਾਨੂੰ ਥੁੱਕ ਲਾਉਂਦਾ ਹੈਗਾ ਜਾਇਜ਼, ਜਿਹੜਾ ਨਜਾਇਜ਼ 2 ਨੰਬਰ ਦੇ ਧੰਦੇ ਕਰਦੇ ਉਹਦਾ ਕੋਈ ਲੇਖਾ ਜੋਖਾ ਨਹੀਂ ਹੈ। ਔਰ ਇਹ ਗੱਲਾਂ ਮੇਰੇ ਵਰਗਾ ਬੰਦਾ ਦੱਸ ਸਕਦਾ, ਜਿਹੜੇ MLA ਮੰਤਰੀ ਬਣੇ ਆ ਉਹ ਦੱਸਣਗੇ ਨਹੀਂ ਤੁਹਾਨੂੰ ਵੀ ਮੇਰੀ ਤਨਖਾਹ ਕਿੰਨੀ ਆ, ਮੈਨੂੰ ਕਿੰਨੇ ਭੱਤੇ ਮਿਲਦੇ ਆ, ਕਿਉਂਕਿ ਮੈਂ ਤੁਹਾਡੇ ਵਿੱਚੋਂ ਆ। ਇਸੇ ਕੰਮ ਵਾਸਤੇ ਗਿਆ ਸੀ ਮੈਂ ਸਾਹਮਣੇ ਲਾਵਾਂ ਤੇ ਦੱਸਾਂ ਲੋਕਾਂ ਨੂੰ ਵੀ ਇਹ ਕੀ ਲੋਕ ਕਰਦੇ ਆ, ਇਹਨਾਂ ਦਾ ਕਿਰਦਾਰ ਕੀ ਆ, ਜਿਹਨਾਂ ਨੂੰ ਅਸੀਂ 5 ਸਾਲ ਵਾਸਤੇ ਕੁਰਸੀਆਂ ਦੇ ਭਾ ਦਿੰਦੇ ਆ, ਸਾਡੇ ਵਾਸਤੇ ਕੀ ਕਰਦੇ ਆ। ਇਹ ਗੱਲਾਂ ਕਰਨ ਵਾਸਤੇ ਮੈਂ ਉੱਥੇ ਗਿਆ ਸੀ। ਹੋਰ ਮੈਂ ਭਰਾਓ ਨਿੱਜੀ ਮਫਾਦ ਵਾਸਤੇ ਬਰਾੜ ਸਾਹਿਬ ਬਿਲਕੁਲ ਨਹੀਂ ਗਿਆ ਸੀ। ਮੈਂ ਮੌਜ ਕਰਦਾ, ਮੇਰੀ ਕਾਢੋ ਫੁੱਲਾਂ ਦੇ ਖੇਡ ਦਿੰਦੀ 24 ਘੰਟੇ, ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਮੈਂ ਸਾਡੇ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਉੱਧਰ ਗਿਆ ਸੀ, ਨਿੱਜੀ ਮਫਾਦ ਵਾਸਤੇ ਬਿਲਕੁਲ ਨਹੀਂ ਗਿਆ ਸੀ ਜੀ। ਹਾਂਜੀ, ਬੇਨਤੀ ਹੈ ਸਵਾਲ ਵੀ ਛੋਟੇ ਕੀਤੇ ਜਾਣ ਤੇ ਜਵਾਬ ਵੀ, ਕਿਉਂਕਿ ਟਾਈਮ ਦਾ ਧਿਆਨ ਰੱਖਣਾ ਜੀ। ਤੇ ਹੁਣ ਮੈਡਮ ਵੀਰਵਾਲਾ ਬੱਦੀ ਜੀ ਸਵਾਲ ਕਰਨਾ ਚਾਹੁੰਦੇ ਨੇ। ਸਰ, ਮੈਂ ਤੁਹਾਨੂੰ ਐਜ਼ ਏ ਪ੍ਰਿੰਸੀਪਲ ਤੇ ਲੇਖਕ ਦੇ ਰੂਪ ਦੇ ਵਿੱਚ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਬਹੁਤ ਤਿੱਖਾ ਲਿਖਿਆ, ਜੌਬ ਦੇ ਵਿੱਚ ਵੀ ਤੁਸੀਂ ਬਹੁਤ ਤਿੱਖਾ ਲਿਖਿਆ, ਤੇ ਕੀ ਤੁਹਾਨੂੰ ਕਦੀ ਕੋਈ ਸਿਆਸੀ ਦਬਾਅ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ? ਅਰੇ ਭੈਣ ਜੀ ਵੀਰਵਾਲਾ ਬੱਦੀ ਜੀ, ਪਹਿਲਾਂ ਮੇਰਾ ਜਵਾਬ ਦੇ ਚੁੱਕਿਆ ਹੈਗਾ ਵੀ ਮੈਨੂੰ ਇਹ ਸਵਾਲ ਮੇਰੇ ਬਹੁਤੇ ਮਿੱਤਰ ਪੁੱਛਦੇ ਹੁੰਦੇ ਸੀ ਕਿ ਯਾਰ ਤੂੰ ਬੜੀ ਉੱਚੀ, ਤੂੰ ਪ੍ਰਿੰਸੀਪਲ ਲੱਗਿਆ ਹੈਗਾ। ਮੈਂ ਮਾਨ ਸਾਹਿਬ ਆਇਆ ਤਾਂ ਅਸਾਈਨਮੈਂਟ ਜਾ ਤੇ ਮੈਨੂੰ ਕਹਿੰਦੇ ਵੀ ਤੂੰ ਪ੍ਰਿੰਸੀਪਲ ਲੱਗਿਆ ਤੇ ਇਹਦੇ ਕੋਈ ਐਕਸ਼ਨ ਹੋ ਸਕਦਾ ਹੈਗਾ, ਤੂੰ ਸਿੱਧਾ ਕਿਉਂ ਬੋਲਦਾ। ਮੈਂ ਇਹਨੂੰ ਕਹਿੰਦਾ ਸੀ ਵੀ ਚੋਰ ਨੂੰ ਚੋਰ ਕਹਿਣਾ ਮਾੜੀ ਬਾਤ ਨਹੀਂ ਹੈ। ਜਦੋਂ ਸਾਡੇ ਸਮਾਜ 'ਚ ਭ੍ਰਿਸ਼ਟਾਚਾਰ ਚੱਲ ਰਿਹਾ, ਰਾਜਨੀਤਿਕ ਅਰਾਜਕਤਾ ਹੈਗੀ ਹੈ, ਇੱਥੇ ਕਿਸੇ ਨੂੰ ਨਿਆਂ ਨਹੀਂ ਮਿਲਦਾ, ਸਾਡੀਆਂ ਧੀਆਂ ਭੈਣਾਂ ਦੀ ਸ਼ਰੇਆਮ ਬੇਇੱਜ਼ਤੀ ਹੋ ਰਹੀ ਆ, ਮੈਂ ਇਹਦੇ ਖਿਲਾਫ ਲਿਖਦਾ। ਆਮ ਤੌਰ 'ਤੇ ਅਸੀਂ ਡਰ ਜਾਂਦੇ ਆ, ਅਸੀਂ ਬੋਲਦੇ ਨਹੀਂ ਵੀ ਯਾਰ ਮੈਂ ਮਾਸਕ ਲੱਗਿਆ, ਜੇ ਮੈਂ ਐ ਕਹਿੰਦਾ ਮੇਰੀ ਬਦਲੀ ਹੋ ਜਾਊਗੀ। ਤੁਸੀਂ ਇਹ ਵੇਖੋ ਕਿ ਕਿੰਨੇ ਲੋਕਾਂ ਦਾ ਫਾਇਦਾ ਹੁੰਦਾ ਤੁਹਾਡੇ ਬੋਲਣ ਨਾਲ। ਜੇ ਮੈਂ ਬੋਲੂੰਗਾ ਤੁਸੀਂ ਵੀ ਬੋਲੋਗੇ। ਆਮ ਤੌਰ 'ਤੇ ਲੋਕ ਕੀ ਕਰਦੇ ਆ, ਜੇ ਗੱਲ ਕਰਦੇ ਆ ਧੀਮੀ ਸੁਰ 'ਚ ਗੱਲ ਕਰਦੇ, ਉੱਚੀ ਨਹੀਂ ਬੋਲਦੇ ਵੀ ਯਾਰ ਜੇ ਮੈਂ ਹੋ ਗਿਆ ਮੇਰੇ ਤੇ ਪਰਚਾ ਨਾ ਹੋ ਜਾਏ, ਕਿਉਂ ਆਪਾਂ ਕੀਤਾ ਮਾੜਾ। ਜਿਹੜੇ ਸ਼ਰੇਆਮ ਗੈਂਗਸਟਰ ਬਣੇ ਫਿਰਦੇ ਆ, ਗੁੰਡਾਗਰਦੀ ਕਰਦੇ ਆ, ਉਹਨਾਂ ਪਿੱਛੇ ਰਾਜਨੀਤਿਕ ਖਾਤਾ, ਉਹਨਾਂ ਤੋਂ ਕੋਈ ਫੜਦਾ ਨਹੀਂ। ਕਿ ਜੇ ਅਸੀਂ ਕਵਿਤਾ ਲਿਖ ਦਾਂਗੇ ਸਿਸਟਮ ਦੇ ਖਿਲਾਫ, ਸਾਨੂੰ ਕੀ ਹੋ ਜਾਊਗਾ। ਸੋ ਅਜੇ ਹੀ ਡਰਨ ਵਾਲੀ ਕੋਈ ਗੱਲ ਨਹੀਂ, ਨਾ ਮੈਂ ਕਿਤੇ ਡਰਿਆ ਨਹੀਂ। ਮੈਂ ਤੁਹਾਨੂੰ ਜੋ ਪੁੱਛਿਆ ਤੁਸੀਂ ਸਿਸਟਮ ਦਾ ਜਵਾਬ ਦਿਓ ਕਿ ਕੀ ਤੁਹਾਨੂੰ ਕਿਸੇ ਸਿਆਸੀ ਦਬਾਅ ਦਾ ਸਾਹਮਣਾ ਕਰਨਾ ਪਿਆ? ਨਹੀਂ, ਮੈਨੂੰ ਮੇਰੇ ਵੱਲ ਝਾਕੇ ਕੋਈ ਨਹੀਂ। ਸਰਵਿਸ ਲੋਕ ਨਾ ਡਰਦਿਆਂ ਨੂੰ ਡਰਾਉਂਦੇ ਆ। ਜੇ ਤੁਸੀਂ ਬੜਕ ਮਾਰ ਦੋ ਸਾਰੇ ਭੱਜ ਜਾਣਗੇ, ਵੀ ਜਦੋਂ ਬੜਕ ਮਾਰਦਾ ਹੈ ਡਰਦੇ ਨੂੰ ਡਰਾਉਂਦੇ ਨਹੀਂ। ਠੀਕ ਹੈ ਜੀ। ਪਰਮਜੀਤ ਸਿੰਘ ਕਮਲਾ ਜੀ ਕੋਈ ਸਵਾਲ ਕਰਨਗੇ। ਬੇਨਤੀ ਜੇ ਦੁਬਾਰਾ ਛੋਟਾ ਸਵਾਲ ਛੋਟਾ ਜਵਾਬ। ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ। ਅੱਜ ਦੀ ਮੁੱਖ ਸਮੱਸਿਆ ਸਾਰੇ ਰਾਈਟਰਾਂ ਦੀ ਜਾਣਕਾਰੀ ਦੇਣਾ ਚਾਹੁੰਦਾ। ਪੰਜਾਬ ਦੀ ਸਾਰੀ ਜਵਾਨੀ ਬਾਹਰ ਜਾ ਰਹੀ ਹੈ, 90%। ਹੁਸ਼ਿਆਰਪੁਰ ਤੋਂ ਲੈ ਕੇ ਕੋਟਪੁਰੇ ਤੱਕ ਤਕਰੀਬਨ 85% ਉਹ ਸਾਰਾ ਪੰਜਾਬ ਖਾਲੀ ਹੋ ਗਿਆ। ਪੰਜਾਬ ਖਾਲੀ ਹੋ ਗਿਆ। ਪੰਜਾਬ ਖਾਲੀ ਹੋਣ ਦੇ ਨਾਲ ਫਾਈਨੈਂਸ਼ੀਅਲ ਤੌਰ 'ਤੇ ਖਾਲੀ ਹੋ ਗਿਆ। ਇੱਕ ਬੱਚਾ 20-20 ਲੱਖ ਰੁਪਇਆ ਲੈ ਕੇ ਇੱਥੋਂ ਬਾਹਰ ਜਾ ਰਿਹਾ ਹੈ, ਜਿਹੜਾ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਫਾਈਨੈਂਸ਼ੀਅਲ ਔਕੜ ਦਾ ਸਾਹਮਣਾ ਕਰਨਾ ਪਏਗਾ। ਕੀ ਤੁਸੀਂ ਚਾਹੁੰਦੇ ਜੇ ਇਸ ਵੇਲੇ ਉਹਨਾਂ ਬਾਰੇ ਲਿਖਿਆ ਜਾਏ? ਹਾਂ, ਜਾਂ ਲਿਖਿਆ ਜਿਹੜਾ ਇਹ ਮੇਰੇ ਵੱਡੇ ਵੀਰ ਪਰਮਜੀਤ ਕਮਲਾ ਜੀ ਦਾ ਇਹ ਸਵਾਲ ਆ, ਆਪਣੇ ਸਾਰਿਆਂ ਦਾ ਫਿਕਰ ਹੈ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਜਿਹੜੇ ਸਾਹਿਤਕਾਰ ਆ ਉਹ ਸਮਾਜ ਦਾ ਬੁੱਧੀਜੀਵੀ ਵਰਗ ਆ। ਇੱਕ ਨਾ ਟਟੀਰੀ ਇੱਕ ਪੰਛੀ ਆ, ਇਹ ਲੋਕ ਬਾਣੀ ਆ। ਮੈਨੂੰ ਨਹੀਂ ਪਤਾ, ਮੈਂ ਕਦੇ ਨਹੀਂ ਵੇਖਿਆ ਟਟੀਰੀ ਨੂੰ ਰਾਤ ਨੂੰ ਸੌਂਦਿਆਂ। ਕਹਿੰਦੇ ਆ ਇਹ ਸਾਡੇ ਆਮ ਮੁਹਾਵਰਾ ਵੀ ਜਦੋਂ ਟਟੀਰੀ ਰਾਤ ਨੂੰ ਪੈਂਦੀ ਸੌਂਦੀ ਆ ਨਾ, ਉਹ ਪੈਰ ਤਾਂ ਨੂੰ ਕਰਕੇ ਪੈਂਦੀ ਆ। ਟਟੀਰੀ ਵੇਖੀ ਆ, ਪਿੰਡਾਂ ਵਾਲੇ ਵੇਖੀ, ਸ਼ਹਿਰਾਂ ਵਾਲੇ ਨਾ ਵੇਖੀ ਹੋਵੇ। ਉਹ ਵੇਖਣ ਵਾਲਾ ਪੰਛੀ ਹੈ, ਬੜਾ ਸੋਹਣਾ ਪੰਛੀ ਹੁੰਦਾ। ਉਹਦੀਆਂ ਲੱਤਾਂ ਲੰਮੀਆਂ ਲੰਮੀਆਂ ਡੱਕੇ ਵਰਗੀਆਂ ਵਧਲੀਆਂ ਹੁੰਦੀਆਂ। ਉਹ ਕਹਿੰਦੇ ਆ ਵੀ ਰਾਤ ਨੂੰ ਉਹ ਪੈਰ ਤਾਂ ਕਰਕੇ ਪੈਂਦੀ ਆ, ਉਹਨੂੰ ਵਹਿਮ ਆ ਕਿਤੇ ਅਸਮਾਨ ਨਾ ਡਿੱਗ ਪਏ ਤੇ ਇਹ ਅਸਮਾਨ ਨੂੰ ਮੈਂ ਰੋਕ ਲੂੰਗੀ ਜੇ ਡਿੱਗ ਪਿਆ ਤਾਂ। ਸੋ ਅਸੀਂ ਜਿਹੜੇ ਲੇਖ ਆ, ਅਸੀਂ ਵੀ ਸਾਡੇ ਮਨ 'ਚ ਇਹ ਹੈਗਾ ਵੀ ਜੇ ਸਮਾਜ ਖੜਾ ਹੈ ਤਾਂ ਸਾਡੇ ਲੇਖਾਂ ਕਰਕੇ ਖੜਾ, ਕਿਉਂਕਿ ਸਮਾਜ ਨੂੰ ਇਹ ਸੇਧ ਦਿੰਦੀ ਹੈਗੀ ਆ। ਜਿਹੜਾ ਇਹ ਫਿਕਰ ਜ਼ਾਹਰ ਕੀਤਾ ਮੇਰੇ ਵੀਰ ਕਮਲਾ ਜੀ ਨੇ
ਇਹ ਬਿਲਕੁਲ ਸਹੀ ਫਿਕਰ ਆ ਤੇ ਸਾਨੂੰ ਫਿਕਰ ਹੋਣਾ ਚਾਹੀਦਾ ਹੈਗਾ। ਉਹ ਕਿਉਂ ਜਾ ਰਹੇ ਬੱਚੇ ਸਾਡੇ? ਕਿਉਂਕਿ ਸਾਡਾ ਸਿਸਟਮ ਮਾੜਾ, ਸਾਡਾ ਪ੍ਰਬੰਧ ਮਾੜਾ। ਜੇ ਪ੍ਰਬੰਧ ਮਾੜਾ ਹੋਵੇ ਕੌਣ ਜਾਂਦਾ ਘਰ ਛੱਡ ਕੇ? ਜਦੋਂ ਇੱਕ ਬੱਚਾ ਜਾਂਦਾ ਨਾ ਵਿਦਾ ਹੁੰਦਾ, ਮੈਂ ਪਿੱਛੇ ਜਿਹੇ ਪੋਸਟ ਇਹਨੇ ਪਾਈ ਸੀ, ਉਹ ਬੱਚਾ ਬਾਹਰ ਜਾ ਰਿਹਾ ਤੇ ਸਾਰੇ ਘਰ ਦੇ ਰੋ ਰਹੇ, ਮਾਂ ਰੋ ਰਹੀ ਆ, ਪਿਓ ਰੋ ਰਿਹਾ, ਬੱਚੇ ਰੋ ਰਹੇ ਆ, ਉਹ ਆਪ ਬੱਚਾ ਰੋ ਰਿਹਾ ਹੈਗਾ। ਕਿਸੇ ਦਾ ਜਾਣ ਨੂੰ ਜੀ ਨਹੀਂ ਕਰਦਾ, ਮਜਬੂਰੀ ਬਸ ਸਿਸਟਮ ਮਾੜਾ ਹੋਣ ਕਰਕੇ ਉਹ ਬੱਚੇ ਜਾਂਦੇ ਆ। ਜੇ ਅਸੀਂ ਸਾਰੇ ਰਲ ਮਿਲ ਕੇ ਸਿਸਟਮ ਚੰਗਾ ਬਣਾ ਲਈਏ, ਸਾਡੇ ਬੱਚੇ ਨਹੀਂ ਜਾਣਗੇ। ਇਹੀ ਧਰਤੀ ਸਵਰਗ ਬਣ ਸਕਦੀ ਆ, ਇਹੀ ਧਰਤੀ ਸਵਰਗ ਬਣਾਇਆ ਜਾ ਸਕਦਾ। ਸਾਨੂੰ ਲਾਰਿਆਂ 'ਚ ਲਾਇਆ ਹੁਣ ਤੱਕ ਸੋ-ਕਾਲ ਧਾਰਮਿਕ ਲੋਕਾਂ ਨੇ ਵੀ ਉੱਤੇ ਸਵਰਗ ਆ, ਭਗਤੀ ਕਰੋ ਤੁਹਾਨੂੰ ਸਵਰਗ ਮਿਲ ਜੂਗਾ। ਹੁਣ ਜਿਹੜਾ ਬੰਦਾ ਇੱਥੇ ਭੁੱਖਾ ਮਰਦਾ ਉਹਨੂੰ 3 ਚੁੰਨ ਵਾਲੇ ਪਰੌਂਠੇ ਆ ਕਿੱਥੋਂ ਮਿਲ ਜਾਣਗੇ ਜੀ? ਜਿਹੜਾ ਇੱਥੇ ਛੜਾ ਮਰ ਗਿਆ, ਵਿਆਹ ਨਹੀਂ ਹੁੰਦਾ, ਉਹਨੂੰ ਕਿੱਥੇ ਹੂਰਾਂ ਮਿਲ ਜਾਣਗੀਆਂ? ਇਹ ਤਾਂ ਸਾਨੂੰ ਸਾਡੇ ਵਾਸਤੇ ਸੋਚਣ ਦਾ ਸਵਾਲ ਆ ਵੀ ਅਸੀਂ ਇਸ ਪ੍ਰਬੰਧ ਨੂੰ ਬਦਲੀਏ, ਇਸ ਨਿਜ਼ਾਮ ਨੂੰ ਬਦਲੀਏ। ਜਿੰਨੀ ਦੇਰ ਇਹ ਨਿਜ਼ਾਮ ਨਹੀਂ ਬਦਲਦਾ ਉਨੀ ਦੇਰ ਸਾਡੇ ਬੱਚੇ ਇਸੇ ਤਰ੍ਹਾਂ ਬਾਹਰ ਜਾਂਦੇ ਰਹਿਣਗੇ। ਹੋਰ ਕੋਈ ਹੱਲ ਨਹੀਂ ਹੈ ਨਿਜ਼ਾਮ ਬਦਲੇ ਬਗੈਰ ਜੀ। ਹੋਰ ਸਿੰਘ ਮੱਲਣ ਜੀ ਕੋਈ ਸਵਾਲ ਕਰਨਾ ਚਾਹੁੰਦੇ ਹੋ? ਸਵਾਲ ਕਰਦੇ ਹਾਂ। ਮੈਂ ਕਿਹਾ ਜਿਵੇਂ ਇਹਦੇ ਮਹਾਨ ਹਸਤੀ ਨੂੰ ਸਵਾਲ ਕਰਨ ਦੀ ਲੋੜ ਹੀ ਨਹੀਂ, ਮੌਕਾ ਹੀ ਨਹੀਂ ਮੇਰੇ ਕੋਲ। ਪਰ ਅਖੀਰ 'ਚ ਖਿਆਲ ਆਇਆ ਦਾ ਸਾਹਿਬ ਕਲਰਕ ਨੂੰ ਪਾਤਸ਼ਾਹ ਕਹਿੰਦੇ ਆ ਨਾ ਜੀ। ਮਾਲ ਵਿਭਾਗ 'ਚ ਹੈ, ਨਹਿਰੀ ਮਹਿਕਮੇ 'ਚ ਹੈ, ਬਿਜਲੀ ਬੋਰਡ 'ਚ ਹੈ, ਸਾਰਿਆਂ 'ਚ ਕਲਰਕ ਪਾਤਸ਼ਾਹ ਬੈਠੇ ਆ ਜੀ। ਤੁਹਾਡੇ ਜਾਣਕਾਰੀ ਜਾਏਗਾ ਜੀ। ਇਹ ਬਿਜਲੀ ਦੇਣੀ ਹਾਂਜੀ ਸਾਡੇ ਸਿੱਖਿਆ ਵਿਭਾਗ ਨੇ ਹਾਂਜੀ ਕਲਰਕਾਂ ਨੂੰ ਗੁਰਦੁਆਰਾ ਕੇ ਛੱਡ ਦਿੱਤਾ, ਬਹਾਨਾ ਬਣਾਇਆ ਲੰਮੀ ਠਹਿਰ ਦਾ। ਜੀ। ਉਹਨਾਂ ਨੇ ਕੋਰਟ 'ਚ ਕੇਸ ਕਰਤਾ, ਨਾਅਰੇਬਾਜ਼ੀ ਕੀਤੀ, ਬੁਲਾਇਆ ਸੀ ਉਹਨਾਂ ਨੂੰ, ਅੰਮ੍ਰਿਤਸਰ ਵਾਲਿਆਂ ਨੂੰ ਆਰਡਰ ਦੇ ਦਿੱਤੇ। ਉਹਨੇ ਨਾਅਰੇਬਾਜ਼ੀ ਕਰਤੀ, ਗਾਰਡ ਸਿਰ ਤੇ ਅਸੀਂ ਨਹੀਂ ਲੈਣੇ। ਸਿੱਖਿਆ ਸਕੱਤਰ ਨੇ ਅੱਕ ਕੇ ਕੇਸ ਸਾਹਿਬ ਨੇ ਕੋਰਟ ਕੇਸ ਕਰਤਾ, ਲੜਕਾ ਨੇ ਬਦਲੀ ਕਰ ਦਿੱਤੀ, ਲੜਕਾ ਨੇ ਵੀਡੀਓ ਦੇ ਬਦਲੀ ਕਰ ਦਿੱਤੀ। ਆਦੇ ਉਹਨਾਂ ਨੂੰ ਸਟੇ ਕੋਈ ਨਹੀਂ ਮਿਲਿਆ ਜੀ। ਉਹਨਾਂ ਨੂੰ ਤਾਰੀਫ ਮਿਲ ਰਹੀ ਸੀ ਕੋਰਟ ਤੋਂ ਕਿ ਉਹਨਾਂ ਤਾਰੀਫ ਨੂੰ ਲਿਖਿਆ ਨਹੀਂ। ਰਾਤੋਂ ਰਾਤ ਇੰਸਪੈਕਟਰ ਸਾਹਿਬ ਨੇ ਹੁਕਮ ਕਰਤਾ ਡੀਪੀ ਸਾਹਿਬ ਨੂੰ, ਉਹਨਾਂ ਨੇ ਡੀਓ ਸਾਹਿਬ ਤੋਂ ਚੱਕ ਕੇ ਕਹਿੰਦੇ ਜੀ ਰਿਲੀਵ ਕਰਕੇ ਅਗਲੇ ਸਟੇਸ਼ਨ ਤੇ ਛੱਡੋ। 70 ਕਿਲੋਮੀਟਰ ਦੇ ਤੁਹਾਡੀ ਜਾਣਕਾਰੀ ਹੈ ਗੱਲ? ਮੈਨੂੰ ਪਤਾ ਹੈ ਸਾਰੀ ਗੱਲ ਦਾ। ਸਿੱਖਿਆ ਉਹ ਬੰਦੇ ਮੈਨੂੰ ਪਤਾ ਉਹ ਹੀ ਕਰਦਾ। ਉਹ ਪੰਜੇ ਬੰਦਿਆਂ ਨੂੰ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਉਹਨਾਂ ਦੀ ਬਦਲੀ ਏਡੀਐਮ ਤੇ ਕੀਤੀ ਆ, ਕਿਉਂਕਿ ਉਹਨਾਂ ਨੇ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਸੀਗੀ। ਠੀਕ ਆ, ਤੇ ਉੱਥੇ ਗੱਲ ਫਿਰ ਆ ਗਈ ਆ ਵੀ ਸਿਸਟਮ ਜਿੰਨਾ ਚਿਰ ਨਹੀਂ ਬਦਲਦਾ ਇਵੇਂ ਹੁੰਦਾ ਰਹੂਗਾ। ਮੇਰਾ ਖਿਆਲ ਹੈ ਵੀ ਆਪਾਂ ਵਿਸ਼ੇ ਤੋਂ ਭਟਕ ਰਹੇ ਹਾਂ। ਇਹਨਾਂ ਦੀ ਸਾਹਿਤਕ ਜ਼ਿੰਦਗੀ ਬਾਰੇ ਵੀ ਸਵਾਲ ਕੀਤੇ ਜਾਣ ਤਾਂ ਵਧੀਆ ਗੱਲ ਹੈ। ਤੇ ਹੁਣ ਬਲਵੰਤ ਸਿੰਘ ਜੀ ਫਰੀਦਕੋਟ ਤੋਂ ਇਹ ਕੋਈ ਸਵਾਲ ਕਰਨਾ ਚਾਹੁੰਦੇ ਨੇ? ਪ੍ਰਿੰਸੀਪਲ ਸਾਹਿਬ ਮੇਰੇ ਦੋ ਸਵਾਲ ਹੈ ਜੀ। ਇੱਕ ਤਾਂ ਮੇਰਾ ਇਹ ਵੀ ਤੁਸੀਂ ਜੋ ਜਿਹੜੀ ਬੁਲੰਦ ਆਵਾਜ਼ ਦੇ ਵਿੱਚ ਸਾਨੂੰ ਜੋ ਹੁਣ ਤੱਕ ਦੱਸਿਆ ਕਿ ਮੌਜੂਦਾ ਦੌਰ ਦੀ ਜੋ ਰਾਜਨੀਤੀ ਹੈ, ਇਹਦੇ ਬਾਰੇ ਵੀ ਤੁਹਾਨੂੰ ਦੋ ਲਫ਼ਜ਼ ਜ਼ਰੂਰ ਤੁਸੀਂ ਦੱਸੋ ਵੀ ਜੋ ਹੁਣ ਇਸ ਸਮੇਂ ਦੇ ਵਿੱਚ ਜੋ ਚੱਲਦੇ ਆ। ਤੇ ਦੂਜਾ ਸਵਾਲ ਮੇਰਾ ਇਹ ਹੈ ਕਿ ਮੈਂ ਕਿਸਾਨ ਹਾਂ, ਪ੍ਰੋਗਰੈਸਿਵ ਫਾਰਮਰ, ਤੇ ਜੋ ਇੱਥੇ ਵੀ ਖੇਤੀ ਦਾ ਦੇਖਿਆ ਉਹ ਖੇਤੀ ਦਾ ਰਿਕਾਰਡ ਤਾਂ ਇਹ ਹੈ ਵੀ ਉਹ ਉਹਨਾਂ ਨੂੰ ਅਵਾਰਡ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ, ਚਾਹੇ ਉਹ ਦਿੱਲੀ ਦੇ ਵਿੱਚ ਹੈ ਤੇ ਚਾਹੇ ਉਹ ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। ਤੇ ਜਿਹੜੇ ਸਾਡੇ ਵਿਗਿਆਨੀ ਇੱਥੇ ਬੈਠੇ ਆ, ਮੰਨ ਲਓ KVK ਹੈ ਗੋਨਿਆਣਾ, ਤੇ ਜਾਂ ਪੂਰੇ ਦੇਸ਼ ਦੇ ਵਿੱਚ ਬਣੇ ਹੋਏ ਆ, ਉਹਨਾਂ ਨੇ ਖੁਦ ਖੇਤੀ ਕਰੀ ਨਹੀਂ। ਤੇ ਮੈਂ ਇਹ ਵਿਸ਼ਾ ਲੈ ਕੇ ਇਹ ਕੰਮ ਕਰਨਾ ਚਾਹੁੰਦਾ ਜੀ ਵੀ ਸਾਹਿਤ ਦੇ ਵਿੱਚ ਖੇਤੀਬਾੜੀ ਦੇ ਉੱਪਰ ਕੁਝ ਇਸ ਤਰ੍ਹਾਂ ਲਿਖਿਆ ਜਾਵੇ, ਤੇ ਤੁਹਾਨੂੰ ਜ਼ਰੂਰ ਰਾਏ ਲੈਣੀ ਚਾਹੁੰਦਾ ਜੀ। ਜਿਹੜਾ ਸਮਾਜ ਆ, ਸਮਾਜ ਜਿਹੜੇ ਸਾਰੇ ਵਿਸ਼ੇ ਆ ਉਹ ਇੱਕ ਲੇਖ ਵਾਸਤੇ ਅਸੀਂ ਇਤਿਹਾਸਾਂ 'ਚ ਪਾ ਸਕਦੇ ਹਾਂ, ਕਿਉਂਕਿ ਕਿਸਾਨੀ ਦੀਆਂ ਜੋ ਸਮੱਸਿਆਵਾਂ ਹੈਗੀਆਂ, ਤੁਸੀਂ ਜੇ ਕਹਿੰਦੇ ਪ੍ਰੋਗਰੈਸਿਵ, ਤੁਸੀਂ ਕਿਸਾਨ ਹੋ, ਕੋਈ ਚੰਗਾ ਕਰਨਾ ਚਾਹੁੰਦੇ ਹੋ, ਚੰਗੇ ਤਜਰਬੇ ਕਰਨਾ ਚਾਹੁੰਦੇ ਹੋ, ਜੋ ਪੁਰਾਣੀ ਘਸੀਆਂ ਪਿਛੀਆਂ ਰਵਾਇਤਾਂ ਛੱਡ ਕੇ ਇੱਕ ਨਵਾਂ ਲੀਹ ਪਾਉਣੀ ਚਾਹੁੰਦੇ ਹੋ, ਤਾਂ ਉਹਦੇ ਵਾਸਤੇ ਲਿਖੋ ਤੁਸੀਂ ਜੋ ਤੁਹਾਡੇ ਮਨ 'ਚ ਆਈਡੀਆ ਆਉਂਦੇ ਆ, ਵਿਚਾਰ ਆਉਂਦੇ ਆ, ਭਾਵਨਾਵਾਂ ਹੈਗੀਆਂ, ਉਹਨੂੰ ਪ੍ਰਗਟ ਕਰੋ। ਉਹਨਾਂ ਨੂੰ ਉਹ ਪ੍ਰਗਟ ਕਰਨੀਆਂ ਚਾਹੀਦੀਆਂ ਸਾਨੂੰ। ਪਹਿਲਾ ਸਵਾਲ ਦਾ ਉੱਪਰ ਨਹੀਂ ਦਿੱਤਾ ਜੀ। ਹਾਂਜੀ, ਰਾਜਨੀਤੀ ਬਾਰੇ ਹੁਣ ਦੇ ਬਾਰੇ ਵੀ ਉਹਦੇ ਬਾਰੇ ਵੀ ਨਹੀਂ, ਰਾਜਨੀਤੀ ਬਾਰੇ ਮੈਂ ਵੇਖੋ, ਮੈਂ ਪਹਿਲਾਂ ਬੇਨਤੀ ਕੀਤੀ ਵੀ ਮੈਂ ਤਾਂ ਅਧਿਆਪਕ ਹਾਂ ਜਾਂ ਮੈਂ ਲੇਖਕ ਹੈਗਾ। ਮੈਂ ਰਾਜਨੀਤੀ 'ਚ ਵੜ ਕੇ ਵੇਖਿਆ, ਰਾਜਨੀਤੀ ਕੋਈ ਵੀ ਦਾ ਸਗਾ ਨਹੀਂ ਹੈ,
ਤੇ ਉੱਥੇ ਠਿੱਬੀ ਕਲਚਰ ਚੱਲਦਾ ਹੈਗਾ, ਠਿੱਬੀ ਲਾਉਂਦੇ ਆ, ਠਿੱਬੀ ਲਾ ਕੇ ਗਾਂਹ ਜਾਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੂੰ ਕੋਈ ਸਮਾਜ ਨਾਲ ਨਹੀਂ, ਕੋਈ ਲੋਕਾਂ ਨਾਲ ਨਹੀਂ, ਆਪਣੇ ਢਿੱਡ ਦੇ ਸਕੇ ਜਿਹੜੇ ਰਾਜਨੀਤਿਕ ਬੰਦੇ ਹੈਗੇ ਆ। ਕੋਈ ਬੰਦਾ ਮੈਂ ਵੇਖਿਆ ਉਹੀ ਗੱਲਾਂ ਫਿਰ ਕਹਿੰਦੇ ਸੀ ਵੀ ਆਪਾਂ ਜੋ ਬੀਬੀਆਂ ਗੱਲਾਂ ਕਰਦੀਆਂ ਹੁਣ ਨਾ ਵੀ ਭੈਣੇ, ਉਹ ਗੱਲ ਦੱਸਦੀ ਵੀ ਭੈਣੇ ਹੈ ਨਹੀਂ ਪਸੰਦ ਕੀ ਆ, ਗੱਲ ਹੋਈ ਆ, ਤੂੰ ਕਿਸੇ ਨੂੰ ਗੱਲ ਦੱਸੀ ਨਾ ਏ। ਉਹ ਹੁੰਦਾ ਕੀ ਆ, ਉਹ ਆਪਣੀ ਸਹੇਲੀ ਨੂੰ ਦੱਸਦੀ, ਉਹ ਆਪਣੀ ਸਹੇਲੀ ਨੂੰ ਦੱਸਦੀ ਆ, ਤੇ ਸ਼ਾਮ ਨੂੰ ਸਾਰੇ ਪਿੰਡ 'ਚ ਗੱਲ ਫੈਲ ਜਾਂਦੀ ਆ ਵੀ ਆਹ ਗੱਲ ਸੀ, ਇਹ ਗੱਲ ਦੱਸੀ ਨਾ। ਉਹ ਸਰੋਤਾ ਜੀ ਨੇ ਕਿਹਾ ਵੀ ਰਾਜਨੀਤੀ ਦੀ ਗੱਲ ਨਹੀਂ ਕਰਨੀ, ਪਰ ਮੋੜ ਕੋੜ ਆਪਣੀ ਗੱਲ ਉੱਥੇ ਹੀ ਫਿਰ ਆ ਜਾਂਦੀ ਹੈ, ਰਾਜਨੀਤੀ ਜਾਂਦੀ ਹੈ। ਇਹ ਜਿਹੜੀ ਰਾਜਨੀਤੀ ਆ ਨਾ ਦੋਸਤੋ, ਇਹ ਆਮ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ। ਇਹ ਸਰਮਾਏਦਾਰ ਲੋਕਾਂ ਦਾ ਰਾਜਨੀਤੀ ਇੰਨੀ ਮਹਿੰਗੀ ਕਰਤੀ ਆ ਵੀ ਆਮ ਬੰਦਾ ਇਲੈਕਸ਼ਨ ਲੜ ਨਹੀਂ ਸਕਦਾ। ਮੈਂ ਇਲੈਕਸ਼ਨ ਲੜਿਆ, ਮੇਰੇ ਸਾਰੀ ਉਮਰ ਦੀ ਕਮਾਈ ਮੇਰੇ ਕੋਲ 40-50 ਲੱਖ ਰੁਪਏ ਸੀਗਾ, ਮੈਂ ਸਾਰਾ ਲਾਤਾ ਤੇ ਆਖਣਾ ਤੁਹਾਡੇ ਸਾਹਮਣੇ। ਤੇ ਦੂਜੇ ਪਾਸੇ ਜਿਹੜੇ ਦੂਜੇ ਬੰਦੇ ਸੀ ਉਹ 8-9 10-10 ਕਰੋੜ ਰੁਪਈਆ ਲਾ ਕੇ ਉਹਨਾਂ ਨੇ ਪੈਸੇ ਵੰਡ ਕੇ ਸ਼ਰਾਬਾਂ ਪੈ ਕੇ ਜਿੱਤ ਕੇ ਉਹ ਉੱਤੇ ਬੈਠੇ ਹੈਗੇ। ਸੋ ਇਹ ਆਮ ਬੰਦੇ ਦੇ ਵੱਸ ਦਾ ਕੰਮ ਨਹੀਂ, ਇਹ ਅਮੀਰ ਲੋਕਾਂ ਦੇ ਵੱਸ ਦਾ ਕੰਮ ਹੈਗਾ। ਬੇਨਤੀ ਹੈ ਸਾਹਿਤ ਬਾਰੇ ਸਵਾਲ ਕੀਤੇ ਜਾਣ ਤਾਂ ਚਲੋ ਮੈਂ ਆਪਣੇ ਕੋਲ ਤੋਂ ਚੌਕੇ ਸੁਣਾਉਣਾ, ਆਪਾਂ ਪਿਛਾ ਬਦਲੀ। ਸ਼ਮਸ਼ੇਰ ਸਿੰਘ ਜੀ ਗਾਫਲ ਦਾ ਪਹਿਲਾਂ ਇੱਕ ਸਵਾਲ ਸੁਣਨੀ। ਮੇਰਾ ਛੋਟਾ ਜਿਹਾ ਸਵਾਲ ਹੈ ਜੀ ਵੀ ਕੀ ਤੁਸੀਂ ਫਿਊਚਰ ਦੇ ਵਿੱਚ ਵੀ ਰਾਜਨੀਤੀ 'ਚ ਜਾਓਗੇ ਕਿ ਫਿਰ ਸਾਡੇ ਵਾਲੇ ਪਾਸੇ ਆ ਜਾਓ? ਜਿਹੜਾ ਇਹ ਦੇਖੋ ਸਿਸਟਮ ਆ ਨਾ, ਅਸੀਂ ਸਾਰੇ ਰਾਜਨੀਤਿਕ ਆ, ਜਿਹੜੇ ਤੁਸੀਂ ਸਾਰੇ ਬੈਠੇ ਹੋ, ਆਪਣੇ 'ਚ ਇੱਕ ਰਾਜਨੀਤਿਕ ਵੀ ਬੈਠਾ, ਆਪਣੇ 'ਚ ਇੱਕ ਲੇਖ ਵੀ ਬੈਠਾ, ਆਪਣੇ 'ਚ ਇੱਕ ਬਾਪ ਵੀ ਬੈਠਾ, ਆਪਣੇ 'ਚ ਇੱਕ ਬੇਟਾ ਵੀ ਬੈਠਾ, ਆਪਣੇ 'ਚ ਇੱਕ ਭਰਾ। ਆਪਾਂ ਆਪਣੀ ਸ਼ਖਸੀਅਤ ਦੇ ਕਈ ਉਹ 'ਚ ਰੰਗ ਹੈਗੇ ਆ, ਠੀਕ ਆ। ਤੇ ਜਦੋਂ ਇੱਕ ਰੰਗ ਹਾਵੀ ਹੋ ਜਾਂਦਾ ਉਸ ਪਾਸੇ ਤੁਰ ਪੈਂਦੇ ਆਪਾਂ। ਇਹਦੇ ਬਾਰੇ ਮੈਂ ਤੁਹਾਡੇ ਨਾਲ ਕੋਈ ਨਹੀਂ ਕਿਹਾ ਤਾਂ, ਵੈਸੇ ਮੈਂ ਤਾਂ ਵੇਖ ਲਿਆ ਵੀ ਮੇਰੇ ਵਰਗੇ ਬੰਦੇ ਦੇ ਪੈਰ ਲੱਗਣੇ ਔਖੇ ਹੈ ਸਿਸਟਮ ਨਾਲ। ਤੇ ਮੈਂ ਕੁਝ ਵਿਅੰਗ ਤੁਹਾਡੀ ਨਜ਼ਰ ਕਰ ਰਿਹਾ ਕਿਉਂਕਿ ਸਮਾਂ ਬਹੁਤ ਹੋ ਗਿਆ ਹੈਗਾ, ਤੇ ਮੈਂ ਕੁਝ ਵਿਅੰਗ। ਹਾਂਜੀ, ਅਸੀਂ ਸਾਰੇ ਹੀ ਸੋਚਦੇ ਹਾਂ ਵੀ ਸਾਡੇ ਸਮਾਜ ਦੇ ਵਿੱਚ ਜੋ ਕੁਝ ਬੁਰਾਈਆਂ ਆ ਜਾਂ ਸਿੱਧਾ ਅਸੀਂ ਇਹ ਸੋਚਦੇ ਸੀਗੇ ਵੀ ਸਾਡੇ ਦੇਸ਼ ਦੇ ਲੋਕ ਜਦੋਂ ਐਜੂਕੇਟਡ ਹੋ ਗਏ, ਪੜ੍ਹ ਲਿਖ ਕੇ ਬੁੱਧੀਜੀਵੀ ਬਣ ਗਏ, ਉਦੋਂ ਸਾਡੇ ਦੇਸ਼ ਦਾ ਸੁਧਾਰ ਹੋਊਗਾ, ਰਾਜਨੀਤੀ ਸੁਧਾਰ ਹੋਊਗਾ। ਪਰ ਹੋ ਕੀ ਰਿਹਾ ਜੇ ਅਸੀਂ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਖੀਏ ਕਿ ਉਹ ਬੁੱਧੀਜੀਵੀ ਨਹੀਂ, ਪੜ੍ਹਿਆ ਲਿਖਿਆ ਨਹੀਂ, ਸਾਡੇ ਦੇਸ਼ ਦਾ ਰਹਿਣ ਵਾਲਾ। ਇਹ ਕੀ ਹੋ ਰਿਹਾ ਵੀ ਜਦੋਂ ਉਸ ਟਿਕਾਣੇ 'ਤੇ ਪਹੁੰਚ ਜਾਂਦੇ ਆ, ਰਾਜਨੀਤੀ 'ਚ ਆ ਜਾਂਦੇ ਆ, ਉਹੀ ਲੋਕ ਘਪਲੇਬਾਜ਼, ਬੇਈਮਾਨੀਆਂ, ਸ਼ੈਤਾਨੀਆਂ, ਭ੍ਰਿਸ਼ਟਾਚਾਰ, ਉਹਦੇ ਲੁੱਟ ਸਭ ਕੁਝ ਉਹ ਸਾਡੇ ਬੰਦੇ ਕਰਦੇ ਤਾਂ ਇਸ ਕਾਰਨ ਨੂੰ ਕੱਢਿਆ ਜਾਵੇ ਨਾ ਦਿਨੇ, ਤਾਂ ਫੇਰ ਹੀ ਮਸਲਾ ਹੱਲ ਹੁੰਦਾ। ਸਿਸਟਮ ਬਦਲਣ ਦੀ ਮੈਂ ਪਹਿਲਾਂ ਬੇਨਤੀ ਕੀਤੀ ਆ ਮੇਰੇ ਮਿੱਤਰ ਸੰਧੂ ਸਾਹਿਬ, ਜਿੰਨੀ ਦੇਰ ਸਿਸਟਮ ਨਹੀਂ ਬਦਲਦਾ, ਲੋਕਾਂ ਦੀ ਸੋਚ ਨਹੀਂ ਬਦਲਦੀ, ਉਨੀ ਚਿਰ ਇਹ ਇਸ ਤਰ੍ਹਾਂ ਦੌਰ ਚੱਲੂਗਾ। ਜਿੱਦੇ ਲੋਕ ਸਿਆਣੇ ਬਣ ਗਏ ਉਹਦੇ ਸਾਰਾ ਸਿਸਟਮ ਬਦਲ ਜੂਗਾ। ਸਾਡੇ ਸਿਆਣੇ ਬਣਨ ਦੀ ਲੋੜ ਆ ਸੀ, ਜਿਵੇਂ ਇਹ ਕਮਲਾ ਜੀ ਨੇ ਕਿਹਾ ਸੀ ਤੂੰ ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਦੇ ਆ, ਪਰ ਜਦੋਂ ਆਪਦਾ ਕੰਮ ਕਰਾਉਣਾ ਉਦੋਂ ਪੈਸੇ ਦੇ ਕੇ ਕੰਮ ਕਰਵਾ ਦਿੰਦੇ। ਮੈਂ ਤੁਹਾਨੂੰ ਛੋਟਾ ਜਿਹਾ ਖੜਾ ਹੋ ਕੇ ਗੱਲ ਦਾ ਜਵਾਬ ਦਿਆਂ। ਮੈਂ 1975 ਤੋਂ ਲੈ ਕੇ ਨਾ 1975 ਤੋਂ ਲੈ ਕੇ 2004 ਵਿੱਚ 2004 ਤੱਕ ਇੰਨੀ ਕੁ ਆਵਾਜ਼ ਹੈਗੀ, ਮੈਂ ਇੱਧਰ ਨਹੀਂ ਸੁਣਦੀ। 2004 ਤੱਕ ਐਕਟਿਵ ਰਾਜਨੀਤੀ ਬੋਲਣਾ ਪੜ੍ਹ ਕੇ ਜਨਰਲ ਸੈਕਟਰੀ ਇੱਕ ਦੋ ਸਵਾਲ ਪੁੱਛ। ਪਰ ਮੈਂ ਇੱਕ ਤਜਰਬਾ ਕੱਢਿਆ ਜਿਹੜਾ ਆਪਾਂ ਕਹਿੰਦੇ ਹਾਂ ਲੀਡਰ ਮਾੜੇ ਨੇ। ਲੀਡਰ ਮਾੜੇ ਨਹੀਂ, ਆਪਣੇ ਲੋਕ ਉਹਨਾਂ ਨੂੰ ਮਾੜੇ ਬਣਾ ਦਿੰਦੇ ਨੇ। ਮੈਂ 1975 ਤੋਂ ਇਸ ਗੌਰਮੈਂਟ ਕਾਲਜ ਵਿੱਚ ਉਹਦੇ ਵਿੱਚ ਰੈਕਟਰ ਆ ਇੰਚਾਰਜ ਸੀ। ਜਦੋਂ 1975 ਕੀ ਹੁੰਦਾ ਹੈ, ਅਜੇ ਇਲੈਕਸ਼ਨ ਆਉਂਦੇ ਨਹੀਂ ਤੇ ਲੋਕ ਪਹਿਲਾਂ ਘਰੇ ਪਹੁੰਚ ਜਾਂਦੇ, ਹਾਂਜੀ ਕਿੰਨੇ ਪੈਸੇ ਵੋਟ ਦੇ ਲਾਓਗੇ ਦਿਓਗੇ, ਕਿੰਨੇ ਪੈਸੇ ਵੋਟ ਦੇ ਦਿਓਗੇ। ਇੱਥੋਂ ਤੱਕ ਕਿ ਲੋਕਾਂ ਨੇ ਮੇਰੀ ਕਮੀਜ਼ ਪਾ ਦਿੱਤੀ, ਮੈਂ ਪਹਿਲੇ ਬਣਦਾ ਸੀ ਪਿੱਛੋਂ ਫੜ ਕੇ। ਚੰਗੇ ਚੰਗੇ ਆਦਮੀਆਂ ਨੇ ਕਿਹਾ ਵੀ ਕਿੰਨੇ ਪੈਸੇ ਦਿਓਗੇ, ਅੱਜ ਕਿੰਨੀਆਂ ਬੋਲਦਾ ਸਾਡੇ ਘਰ ਪਹੁੰਚੀਆਂ ਨੇ। ਆਪਾਂ ਆਪਦੇ ਆਪ ਨੂੰ ਸੁਧਾਰੀਏ। ਜੇ ਕੋਈ ਐਮਐਲਏ 4 ਕਰੋੜ ਜਾਂ 3 ਕਰੋੜ ਲਾ ਕੇ ਐਮਐਲਏ ਬਣੇਗਾ ਨਾ, ਉਹ ਤੁਹਾਡੀ ਸੇਵਾ ਵਾਸਤੇ ਨਹੀਂ ਬਣੇਗਾ। ਉਹ ਪਹਿਲਾਂ ਆਪਦੇ ਪੈਸੇ ਪੂਰੇ ਕਰੇਗਾ, ਫਿਰ ਅਗਲੇ ਇਲੈਕਸ਼ਨ ਦੇ ਪੈਸੇ ਪੂਰੇ ਕਰੇਗਾ। ਤਾਂ ਸੁਧਾਰ ਸਾਨੂੰ ਆਪਦੇ ਲਿਆਉਂਦਾ ਹੈ। ਰਾਜਨੀਤਿਕ ਆਪਣੇ ਆਪ ਸੁਧਰ ਜਾਣਗੇ, ਲੀਡਰ ਆਪਣੇ ਆਪ ਸੁਧਰ ਜਾਣਗੇ ਜਦੋਂ ਆਪਾਂ ਪਾਸਾ ਮੋੜ ਲਾਂਗੇ। ਸਰਕਾਰ ਨਾਲ ਵੀ ਆਪਣੀਆਂ ਪੰਚਾਇਤਾਂ ਚੰਗੀਆਂ ਬਣਾਓ, ਸਭ ਕੁਝ ਮਸਲਾ ਚੰਗੇ ਸਰਪੰਚ ਬਣਾਓ, ਤਾਂ ਮੇਰੀ ਸਰਕਾਰ ਚਲੋ ਮੈਂ
ਸਾਹਿਤਕ ਸਵਾਲ ਕੀ ਤੁਹਾਡੇ ਸੁਣ ਲਾਂਗੇ ਜ਼ਰੂਰ ਸੁਣਾਂਗੇ। ਹਰਦੇਵ